टुडे असीं गल करांगे बेसिक कॉन्सैप्ट्स ऑफ टू दी मैक्रो इकनॉमिक्स। जिहड़ी असीं बेसिक कॉन्सैप्ट गल करांगे मैक्रो इकनॉमिक्स हुंदी की आ, ठीक है। ये क्लास +2 का CBSE ते पंजाब बोर्ड का कॉमन सिलेबस के विच एक टॉपिक चुक्या गया वा, ते इहदे विच असीं डिस्कस करांगे भी मैक्रो इकनॉमिक्स हुंदी की आ जां असीं क्यों स्टडी करदे हैं इहदे बारे। तो इहदी सारी डिटेल इस चैप्टर दे विच सानूं मिलेगी। फस्ट स्टार्ट करते हैं इहदी इंट्रोडक्शन तो भी जिहड़ी इंट्रोडक्शन की है, इंट्रोडक्शन ऑफ टू दी मैक्रो इकनॉमिक्स की जिहड़ी मैक्रो इकनॉमिक्स सी एक ग्रीक का एक वर्ड सीगा प्रीफिक्स मैक्रो, ਉਹਦਾ मतलब ਸੀਗਾ लार्ज प्लस इकॉनमी। भी ਇਹ लार्ज इकॉनमी ਦੇ ਬਾਰੇ ਗੱਲ ਕੀਤੀ ਜਾਂਦੀ ਜਿਹਦੇ ਵਿੱਚ ਅਸੀਂ ਕੀ ਹੈ ਇਕੱਲੇ ਬੰਦੇ ਨੂੰ ਨਹੀਂ ਡੀਲ ਕਰਦੇ, ਜਾਣੀ ਕਿ ਅਸੀਂ ਡੀਲ ਕਿਹਨੂੰ ਕਰਦੇ ਹਾਂ ਪੂਰੇ ਨੇਸ਼ਨ ਨੂੰ, ਪੂਰੇ ਰੀਜਨ ਨੂੰ ਜਾਂ ਗਲੋਬਲ ਇਕॉनमी ਦੇ ਬਾਰੇ ਡੀਲ ਕੀਤੀ ਜਾਂਦੀ ਆ। ਤੇ ਉਹਦੇ ਰਿਲੇਟਡ ਅਸੀਂ ਕੀ ਆ ਕੋਈ ਵੀ ਸਟੈਪ ਚੱਕਦੇ ਆ, ਜਾਣੀ ਕਿ ਗਵਰਨਮੈਂਟ ਸਟੈਪ ਚੱਕਦੀ ਆ ਤਾਂ ਇਹ ਇਕॉनमी ਜਿਹੜੀ ਆ ਪੜ੍ਹਾਈ ਜਾਂਦੀ ਆ। ਇਹ ਜੇਕਰ ਗੱਲ ਕਰੀਏ ਵੀ ਸਾਡੇ ਸਿਲੇਬਸ ਦੇ ਵਿੱਚ ਇਹਦੇ ਵਿੱਚੋਂ ਕਿੰਨੇ ਮਾਰਕਸ ਆਉਣਾ, ਜੇਕਰ CBSE ਦੀ ਗੱਲ ਕਰੀਏ ਤਾਂ ਇਹਦੇ ਵਿੱਚ 60% ਜਿਹੜਾ ਸਿਲੇਬਸ ਆ ਜਾਣੀ ਕਿ ਪੂਰਾ ਮਾਰਕਸ ਆਉਂਦੇ ਆ, ਜਾਣੀ ਕਿ 60% ਦਾ ਜਿਹੜਾ ਤੁਹਾਡੇ ਮਾਰਕਸ ਹੋਣਗੇ ਉਹ ਸਾਰੇ ਇਸ बुक के विच आउणगे। दूसरी जिहड़ी इंडियन इकॉनमी आ फिर ਉਹਦੇ ਵਿੱਚੋਂ 40% ਦਾ ਸਿਲੇਬਸ ਆਉਂਦਾ, ਈਜ਼ੀ ਹੁੰਦੀ ਹੈ ਵੈਸੇ ਉਹ। ਨੈਕਸਟ ਜਿਹੜੇ ਸਾਡੇ ਪੰਜਾਬ ਬੋਰਡ ਦੇ ਨੇ ਤਾਂ ਉਹਦੇ ਵਿੱਚੋਂ ਆਉਂਦਾ 50 to 55% ਵੇਰੀ ਕਰਦੀ ਆ ਵੀ, ਜਾਣੀ ਕਿ ਮਾਰਕਸ ਜਿਹੜੇ ਨੇ ਉਹ ਇਹਦੇ ਵਿੱਚੋਂ ਆਉਂਦੇ ਆ। ਜਾਣੀ ਕਿ ਜੇਕਰ ਤੁਸੀਂ ਹੁਣ ਲਗਾ ਲਓ ਵੀ 100 ਨੰਬਰ ਦਾ ਪੇਪਰ ਆ ਸਾਡੇ ਪੰਜਾਬ ਬੋਰਡ ਦਾ ਤਾਂ 55 ਮਾਰਕਸ ਦਾ ਜਿਹੜਾ ਪੇਪਰ ਆਏਗਾ ਮੈਕਰੋ ਇਕਨੋਮਿਕਸ ਦੇ ਵਿੱਚੋਂ ਹੀ ਆਏਗਾ। ਤਾਂ ਇਹ ਸਭ ਤੋਂ ਇੰਪੋਰਟੈਂਟ ਬੁੱਕ ਆ ਤੇ ਤੁਹਾਡੇ ਲਾਈਫ ਦੇ ਵਿੱਚ ਵੀ ਅੱਗੇ ਕੰਮ ਆਏਗੀ ਤੇ ਇਹੀ ਇੱਕ ਜਾ ਕੇ ਵੱਡੀ ਬ੍ਰਾਂਚ ਬਣ ਜਾਂਦੀ ਹੈ। गल करते हैं भी सानू मैक्रो इकनॉमिक्स की स्टडी करने मिलेगी। देखो हम असीं पढ़ांगे GDP, अनइंप्लॉयमेंट रेट, नैशनल इनकम बारे पढ़ांगे ते प्राइस इंडैक्स, आउटपुट, कंजम्पशन, अनइंप्लॉयमेंट, ये सारियां चीज़ां इहदे विच डील कीतियां जाणगीआं। GDP के बारे असीं गल करांगे। दो बाद जिहड़े 3 चैप्टर ने जेकर तुहाडे कोल बुक्स होएगी तो पहले 3 चैप्टर जिहड़े ने वो नैशनल इनकम ते प्लस GDP दे उत्ते बेस्ड ने, तो असीं उहदे उत्ते गल करांगे, ठीक है जी। उहदे बारे उत्थे जाके आपां प्रॉपर गल करांगे। ते आ जिहड़े सौखे ਜਿਹੇ चैप्टर आउणगे बाद विच इंटरनैशनल जिहड़े लास्ट दे विच आउणगे इंटरनैशनल ट्रेड ते इंटरनैशनल फाइनैंस, ये असीं लास्ट ਦੇ ਵਿੱਚ ਇਹਦੇ ਨਾਲ ਡੀਲ ਕਰਾਂਗੇ। ਤੇ ਇਹਦੇ ਵਿੱਚ ਗੱਲ ਕੀਤੀ ਆ ਵੀ ਇਕਨੋਮੀ ਐਜ਼ ਏ ਹੋਲ ਕਿਉਂ ਲਿਆ ਜਾਂਦਾ। ਹੋਲ ਦਾ ਮਤਲਬ ਕੀ ਆ, ਇਹ ਸ਼ੁਰੂ ਤੋਂ ਲੈ ਕੇ ਇਕਨੋਮੀ ਦੇ ਐਂਡ ਤੱਕ ਵੀ ਪੂਰੇ ਸਾਲ ਦੇ ਐਂਡ ਦੇ ਵਿੱਚ ਕੀ ਕੀ ਕੀਤਾ ਤੁਸੀਂ, ਉਹ ਪੂਰੇ ਦੀ ਸਟੱਡੀ ਕਰਦੀ ਆ ਪੂਰੀ ਇਕਨੋਮੀ ਦੀ, ਯਾਨੀ ਕਿ ਪੂਰੀ ਕੰਟਰੀ ਦੀ, ਇੱਕ ਕੰਟਰੀ ਦੀ ਪੂਰੇ ਦੀ ਡੀਲ ਕਰੂਗੀ ਵੀ ਕਿੰਨਾ ਉਹ ਇਕਨੋਮੀ ਗਰੋ ਕਰ ਰਹੀ ਹੈ ਕਿੰਨੀ ਨਹੀਂ ਕਰ ਰਹੀ। ਜਿਵੇਂ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਰੋ ਕਰ ਰਹੀ ਇਕਨੋਮੀ ਆ ਉਹਨੂੰ ਅਮਰੀਕਾ ਦੀ ਮੰਨਿਆ ਜਾਂਦਾ ਵੀ ਅਮਰੀਕਾ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਟੌਪ ਤੇ ਆ। ਚਾਈਨਾ ਫਿਰ ਗਰੋ ਕਰ ਰਿਹਾ ਵਾ। ਦੈਨ ਇੰਡੀਆ ਕੀ ਆ ਅੰਡਰ ਡਿਵੈਲਪਡ ਕੰਟਰੀ ਮੰਨਿਆ ਜਾਂਦਾ, ਡਿਵੈਲਪਿੰਗ ਕੰਟਰੀ ਕਿਹਾ ਜਾਂਦਾ ਵਾ, ਜਿਹਨੇ ਹਲੀ ਹੌਲੀ ਹੌਲੀ ਡਿਵੈਲਪ ਹੋ ਰਹੀ ਹੈ, ਹਾਲੇ ਪ੍ਰੋਪਰ ਡਿਵੈਲਪ ਨਹੀਂ ਹੋਈ। ਤਾਂ ਇਹਦੇ ਵਿੱਚ ਜਿਹੜਾ ਮੈਕਰੋ ਇਕਨੋਮਿਕਸ ਆ ਉਹਦੇ ਵਿੱਚ 3 ਮੇਨ ਗੋਲ ਮੰਨੇ ਜਾਂਦੇ ਆ। ਇੱਕ ਫੁੱਲ ਇੰਪਲਾਇਮੈਂਟ ਵੀ ਲੋਕਾਂ ਨੂੰ ਪੂਰਿਆਂ ਨੂੰ ਰੋਜ਼ਗਾਰ ਦੇਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਸਟੇਬਿਲਿਟੀ, ਪ੍ਰਾਈਸ ਨਾ ਵਧਣ ਦੇਣੇ ਆ ਨਾ ਘਟਣ ਦੇਣੇ ਆ, ਇਹ ਸਾਡੀ ਇਹਦੇ ਨਾਲ ਡੀਲ ਕਰਦੀ ਹੈ। ਇਕਨੋਮਿਕ ਗਰੋਥ ਵੀ ਲੋਕਾਂ ਦਾ ਕੀ ਆ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਕੀ ਆ ਉਹ ਆਪਣੇ ਬਿਜ਼ਨਸ ਨੂੰ ਪ੍ਰੋਪਰ ਢੰਗ ਦੇ ਨਾਲ ਚਲਾ ਸਕਣ। ਤਾਂ ਇਹ ਸਾਰਾ ਗੋਲ ਜਿਹੜਾ ਵਾ ਉਹ ਮੈਕਰੋ ਇਕਨੋਮਿਕਸ ਦੇ ਵਿੱਚ ਡੀਲ ਕੀਤਾ ਜਾਂਦਾ। ਜਾਣੀ ਕਿ ਇਹ ਇਕੱਲੇ ਬੰਦੇ ਦੀ ਜੇਬ ਦੇ ਵਿੱਚ ਕਿੰਨੇ ਪੈਸੇ ਜਾਣਗੇ ਤੇ ਕਿੰਨੇ ਪੈਸਿਆਂ ਤੋਂ ਉਹ ਇਨਕਮ ਆਪਣੀ ਜਨਰੇਟ ਕਰਨਗੇ, ਇਹ ਸਾਰੀ ਚੀਜ਼ ਦਾ ਲੇਖਾ ਜੋਖਾ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਪੜ੍ਹਦੇ ਹਾਂ। ਜੇਕਰ ਤੁਸੀਂ ਇਸ ਚੀਜ਼ ਨੂੰ ਪੜ੍ਹ ਲਿਆ ਤਾਂ ਤੁਸੀਂ ਪਹੁੰਚ ਜਾਓਗੇ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ। ਇੰਡੀਆ ਦੀ ਇੱਕ ਬਹੁਤ ਵੱਡੀ ਫਾਈਨੈਂਸ ਮਿਨਿਸਟਰੀ ਆ, ਮੇ ਵੀ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ। ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਪਹੁੰਚ ਜਾਓਗੇ ਜੇਕਰ ਤੁਸੀਂ ਇਹਦੀ ਪ੍ਰੋਪਰ ਡੀਲਿੰਗ ਕਰ ਗਏ, ਜਾਣੀ ਕਿ ਤੁਸੀਂ ਪ੍ਰੋਪਰ ਇਸ ਚੀਜ਼ ਨੂੰ ਸਮਝ ਗਏ, ਆਹ ਬੁੱਕ ਨੂੰ ਪੜ੍ਹ ਗਏ। ਤਾਂ ਜੇਕਰ ਤੁਸੀਂ ਵੱਡੇ ਲੈਵਲ ਦੇ ਉੱਤੇ ਜਿਵੇਂ ਇਹਦੀ MSc ਜਾਂ MA ਕਰ ਗਏ ਤਾਂ ਤੁਸੀਂ ਜੇਕਰ ਇਹਨੂੰ ਪ੍ਰੋਪਰ ਕੀਤਾ ਤਾਂ ਤੁਸੀਂ ਕੀ ਆ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਜਾ ਸਕਦੇ ਹੋ। ਹੁਣ ਦੇਖੋ ਸਾਨੂੰ ਪੜ੍ਹਨਾ ਕੀ ਪਊਗਾ। ਇਹਦੇ ਵਿੱਚ ਨਾ ਜ਼ਿਆਦਾਤਰ ਫੰਡਾ ਵਾ ਉਹ ਸਿਰਫ 2 ਸੈਕਟਰਾਂ ਦੇ ਵਿੱਚ ਜ਼ਿਆਦਾਤਰ ਘੁੰਮ ਰਿਹਾ ਵਾ, ਠੀਕ ਹੈ ਜੀ। 2 ਸੈਕਟਰ ਉਹ ਕਿਹੜੇ ਕਿਹੜੇ ਨੇ ਦੇਖੋ। ਪਹਿਲਾ ਇੱਕ ਹੈਗਾ ਹਾਊਸ ਹੋਲਡ ਸੈਕਟਰ, ਜਿਹੜੇ ਸਾਡੇ ਜਿਹੇ ਜਿਹੇ ਲੋਕ ਨੇ ਜਿਹੜੇ ਕੀ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਆ, ਖਾਂਦੇ ਆ ਤੇ ਉਹਨਾਂ ਨੂੰ ਅੱਗੇ ਯੂਜ਼ ਕਰਦੇ ਆ। ਦੂਜਾ ਹੈਗਾ ਕਾਰਪੋਰੇਟ ਸੈਕਟਰ, ਜਿਹੜਾ ਕੀ ਚੀਜ਼ਾਂ ਬਣਾਉਂਦਾ ਵਾ ਤੇ ਸਾਡੇ ਤੱਕ ਪਹੁੰਚਾਉਂਦਾ ਵਾ। ਤੇ ਇਹ 2 ਸੈਕਟਰ ਜਿਹੜੇ ਨੇ ਉਹ ਇੱਕ ਦੂਜੇ ਨਾਲ ਇੰਟਰ ਰਿਲੇਟਡ ਨੇ ਤੇ ਇਹਨਾਂ ਨੂੰ ਕਨੈਕਟ ਕਰਨ ਦੇ ਲਈ ਕਈ ਹੋਰ ਸੈਕਟਰ ਵੀ ਇਹਨਾਂ ਨਾਲ ਜੁੜੇ ਹੋਏ ਨੇ, ਜਿਵੇਂ ਗਵਰਨਮੈਂਟ, ਠੀਕ ਹੈ ਜੀ। ਫਾਈਨੈਂਸ ਮਾਰਕੀਟ, ਫਾਈਨੈਂਸ ਮਾਰਕੀਟ ਕਿਹੜੀ ਹੁੰਦੀ ਹੈ ਜਿਹੜੇ ਕਿ ਪੈਸੇ ਪ੍ਰੋਵਾਈਡ ਕਰਵਾਉਂਦੇ, ਜਿਵੇਂ ਬੈਂਕ ਹੋ ਗਏ ਜਾਂ ਮਠੂਟ ਫਾਈਨੈਂਸ ਹੋ ਗਏ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਜਿਹੜੇ ਕਿ ਸਾਨੂੰ ਪੈਸਾ ਦਿੰਦੇ ਆ ਇਕਨੋਮੀ ਦੇ ਵਿੱਚ ਤਾਂ ਜੋ ਕਿ ਅਸੀਂ ਆਪਣੀ ਇਕਨੋਮੀ ਨੂੰ ਵਧੀਆ ਬਣਾ ਸਕੀਏ, ਠੀਕ ਹੈ ਜੀ। ਨੈਕਸਟ ਹੈਗੀ ਆ ਫੋਰਨ, ਜਿਵੇਂ ਫੋਰਨ ਕੰਟਰੀ ਨਾਲ ਐਕਸਪੋਰਟ ਇੰਪੋਰਟ ਦੀ ਡੀਲ ਹੁੰਦੀ ਹੈ ਤਾਂ ਉਹ ਵੀ ਪ੍ਰੋਡਕਸ਼ਨ ਤੇ ਹਾਊਸ ਹੋਲਡ ਸੈਕਟਰ ਦੋਹਾਂ ਨੂੰ ਇਫੈਕਟ ਕਰਦੀ ਹੈ, ਠੀਕ ਹੈ ਜੀ। ਤਾਂ ਇਸ ਚੀਜ਼ ਦੇ ਦੁਆਰਾ ਇਹ ਦਿਖਾਇਆ ਗਿਆ ਵਾ ਵੀ ਇਹ ਕਿਸ ਤਰੀਕੇ ਨਾਲ ਚਲੇਗੀ। ਇਹਦਾ ਫਲੋ ਚਾਰਟ ਬਣੇਗਾ ਜਿਹੜਾ ਅੱਗੇ ਜਾ ਕੇ ਅਸੀਂ ਪੜ੍ਹਾਂਗੇ। ਇਹ ਤੁਹਾਨੂੰ ਜਿਹੜੀ ਡਾਇਗਰਾਮ ਆ ਉਹ ਤਾਂ ਸ਼ੋ ਕੀਤੀ ਆ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਕਿਹੜੇ ਕਿਹੜੇ ਸੈਕਟਰ ਆ। ਜਿਹੜੇ ਅਸੀਂ ਹੁੰਦੇ ਆ ਤਾਂ ਅਸੀਂ ਹਾਊਸ ਹੋਲਡ ਸੈਕਟਰ ਦੇ ਵਿੱਚ ਹੁੰਦੇ ਆ, ਉਹ ਬੰਦੇ ਜਿਹੜੇ ਕਿ ਸਿਰਫ ਖਾਣ ਤੱਕ ਮਤਲਬ ਰੱਖਦੇ ਆ। ਤੇ ਇਹ ਕੀ ਆ,
ਇਹ ਜਿਹੜੇ ਕਾਰਪੋਰੇਟ ਸੈਕਟਰ ਹੁੰਦੇ ਆ ਜਿਹੜੇ ਕਿ ਪ੍ਰੋਡਿਊਸ ਕਰਦੇ ਆ ਕੋਈ ਵੀ ਚੀਜ਼ ਜਾਂ ਕੋਈ ਵੀ ਚੀਜ਼ ਬਣਾਉਂਦੇ ਆ, ਤਾਂ ਉਹਨਾਂ ਲਈ ਅਸੀਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂ ਆ? ਕਿਉਂਕਿ ਉਹਨਾਂ ਨੂੰ ਲੇਬਰ ਦੀ ਲੋੜ ਹੁੰਦੀ ਹੈ, ਕੰਮ ਕਰਨ ਵਾਲੇ ਬੰਦੇ ਦੀ ਲੋੜ ਹੁੰਦੀ ਹੈ। ਉਹ ਕੌਣ ਦੇ ਸਕਦਾ? ਸਿਰਫ ਹਾਊਸ ਹੋਲਡ ਸੈਕਟਰ ਦੇ ਸਕਦਾ, ਵੀ ਜਿਹੜਾ ਚੀਜ਼ਾਂ ਨੂੰ ਕੰਜ਼ਿਊਮ ਕਰਦਾ ਵਾ। ਤੇ ਉਹਨਾਂ ਦੇ ਬਦਲੇ ਇਹ ਉਹਨਾਂ ਨੂੰ ਕੀ ਦੇ ਦਿੰਦੇ ਆ? ਵੇਜਿਸ ਦੇ ਦਿੰਦੇ ਆ ਤੇ ਸੈਲਰੀ ਦੇ ਦਿੰਦੇ ਆ, ਤੇ ਇਹ ਬੰਦੇ ਇਹਨਾਂ ਤੋਂ ਚੀਜ਼ਾਂ ਖਰੀਦ ਲੈਂਦੇ ਆ ਤੇ ਪੈਸੇ ਇਹਨਾਂ ਨੂੰ ਦੇ ਦਿੰਦੇ ਆ। ਤਾਂ ਇਹੀ ਫਲੋ ਚੱਲਦਾ ਰਹਿੰਦਾ ਵਾ, ਜਿਹਦੇ ਕਰਕੇ ਮੈਕਰੋ ਇਕਨੋਮਿਕਸ ਪੜ੍ਹੀ ਜਾਂਦੀ ਆ ਤੇ ਸਾਡੀ ਜਿਹੜੀ ਨੈਸ਼ਨਲ ਇਨਕਮ ਆ ਉਹ ਕੈਲਕੂਲੇਟ ਕੀਤੀ ਜਾਂਦੀ ਆ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਨੈਕਸਟ ਵੱਲ ਚੱਲਦੇ ਆ। ਇਹਦੇ ਵਿੱਚ ਦੱਸਿਆ ਹੈ ਕਲਾਸੀਫਿਕੇਸ਼ਨ ਆਫ ਗੁਡਸ। ਹੁਣ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਆ, ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਗੁਡਸ ਹੁੰਦੀਆਂ ਨੇ ਉਹ ਵੀ ਕਈ ਤਰ੍ਹਾਂ ਦੀਆਂ ਡਿਫਰੈਂਟ ਗੁਡਸ ਹੁੰਦੀਆਂ। ਤਾਂ ਹੁਣ ਉਹਨਾਂ ਨੂੰ ਕਲਾਸੀਫਾਈ ਕੀਤਾ ਗਿਆ। ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਵਾ ਵੀ ਕਿਹੜੀਆਂ, ਇੱਕ ਪਿਛਲੀ ਵਾਰ ਜਿਹੜਾ ਸੀਗਾ +2 ਦਾ ਕਮਰਸ ਤੇ ਸੀਬੀਐਸਈ ਤੇ ਪੰਜਾਬ ਬੋਰਡ ਦੋਨਾਂ ਦੇ ਵਿੱਚ ਇਹ ਕੁਐਸਚਨ ਆਇਆ ਸੀਗਾ ਕਾਮਨ, ਵੀ ਇੰਟਰਮੀਡੀਏਟ ਗੁਡਸ ਕਿਹੜੀਆਂ ਹੁੰਦੀਆਂ ਨੇ ਜਾਂ ਫਾਈਨਲ ਗੁਡਸ ਕੀ ਹੁੰਦੇ ਨੇ। ਇਹਨਾਂ ਡਿਫਰੈਂਸ ਵੀ ਆ ਸਕਦਾ ਹੁੰਦਾ, ਤਾਂ ਮੈਂ ਇੱਥੇ ਇੱਕ ਡਿਫਰੈਂਸ ਐਕਸਪਲੇਨ ਕੀਤਾ। ਸਭ ਤੋਂ ਇੰਪੋਰਟੈਂਟ ਕੁਐਸਚਨ ਮੰਨਿਆ ਜਾਂਦਾ ਵਾ ਅੱਜ ਦੇ ਟਾਈਮ ਦਾ। ਦੇਖੋ ਹੁਣ ਫਾਈਨਲ ਗੁਡਸ ਕਿਹੜੀਆਂ ਹੁੰਦੇ ਨੇ? ਉਹ ਚੀਜ਼ਾਂ ਜਿਹੜੀਆਂ ਕਿ ਇੱਕ ਪ੍ਰੋਡਿਊਸਰ ਪ੍ਰੋਡਿਊਸ ਕਰ ਦਿੰਦਾ ਤੇ ਜਿਹੜਾ ਇੱਕ ਕੰਜ਼ਿਊਮਰ ਹੋਵੇ ਉਹਨੂੰ ਖਾਣ ਦੇ ਲਈ ਤਿਆਰ ਹੋਵੇ, ਜਾਂ ਉਹ ਪੂਰੀ ਤਰ੍ਹਾਂ ਬਣ ਚੁੱਕਿਆ ਵਾ ਤੇ ਹੁਣ ਕੰਜ਼ਿਊਮਰ ਨੇ ਸਿਰਫ ਉਹਨੂੰ ਯੂਜ਼ ਕਰਨਾ ਵਾ, ਉਹਨੂੰ ਅਸੀਂ ਕਹਿੰਦੇ ਆ ਫਾਈਨਲ ਗੁਡਸ। ਇਹਦੇ ਵਿੱਚ ਹੋਰ ਫਰਦਰ ਕੋਈ ਪ੍ਰੋਸੈਸਿੰਗ ਨਹੀਂ ਹੋਣੀ। ਫੋਰ ਐਗਜ਼ਾਮਪਲ ਵੀ ਜਿਵੇਂ ਹੁਣ ਇੱਕ ਜੀਨ ਦੀ ਪੈਂਟ ਆ, ਉਹ ਪ੍ਰੋਪਰ ਰੈਡੀਮੇਡ ਹੋ ਕੇ ਤਿਆਰ ਹੋ ਚੁੱਕਿਆ, ਉਹ ਤੇ ਟੈਗ ਲੱਗ ਚੁੱਕਿਆ ਵਾ, ਤੇ ਹੁਣ ਉਹ ਕੀ ਆ ਮਾਰਕੀਟ ਦੇ ਵਿੱਚ ਸੇਲ ਹੋਣ ਜਾ ਰਹੀ ਆ, ਤੇ ਮੇਰੇ ਵਰਗੇ ਕਿਸੇ ਕਸਟਮਰ ਨੇ ਉਹਨੂੰ ਖਰੀਦ ਲਿਆ, ਤਾਂ ਉਹ ਕੀ ਬਣ ਗਈ? ਉਹ ਫਾਈਨਲ ਗੁਡਸ ਬਣ ਗਈ। ਹੁਣ ਇੰਟਰਮੀਡੀਏਟ ਗੁਡਸ ਕਿਹੜੀਆਂ ਹੁੰਦੀਆਂ ਨੇ? ਉਹ ਗੁਡਸ ਜਿਹੜੀਆਂ ਕਿ ਹਲੇ ਪ੍ਰੋਸੈਸਿੰਗ ਦੇ ਵਿੱਚ ਚੱਲਦੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਹਲੇ ਕੀ ਹੁੰਦਾ ਵਾ ਉਹ ਫਾਈਨਲ ਗੁਡਸ ਨਹੀਂ ਬਣੀਆਂ ਹੁੰਦੀਆਂ, ਤਾਂ ਉਹਨੂੰ ਇੰਟਰਮੀਡੀਏਟ ਗੁਡਸ ਕਿਹਾ ਜਾਂਦਾ ਹੁੰਦਾ। ਇਹ ਕਿਸੇ ਦੀ ਫਾਈਨਲ ਗੁਡਸ ਵੀ ਹੋ ਸਕਦੀ ਆ। ਹੁਣ ਇਹ ਕਿਸੇ ਦੀ ਫਾਈਨਲ ਗੁਡਸ ਕਿਵੇਂ ਹੋ ਸਕਦੀ ਆ? ਦੇਖੋ ਇੱਕ ਫੈਕਟਰੀ ਸੀਗੀ, ਫੈਕਟਰੀ ਦਾ ਕੰਮ ਕੀ ਸੀਗਾ ਵੀ ਉਹਨੇ ਕੀ ਕਰਨਾ ਵਾ, ਆਪਣੇ ਜਿਹੜੀਆਂ ਜੀਨ ਦੀਆਂ ਪੈਂਟਸ ਨੇ ਉਹ ਬਣਾਉਣੀਆਂ ਨੇ, ਉਹਨੂੰ ਸਟਿਚ ਕਰਕੇ ਪ੍ਰੋਪਰ ਕਰਕੇ ਉਹਨੂੰ ਦੇ ਦੇਣਾ ਹੋਲਸੇਲਰ ਨੂੰ, ਜਾਂ ਜਿਹੜੀ ਕੰਪਨੀ ਨੇ ਉਹਦੇ ਤੇ ਟੈਗ ਲਾਉਣਾ। ਤਾਂ ਉਹਨਾਂ ਨੇ ਜਿਹੜੀ ਫੈਕਟਰੀ ਨੇ ਉਸ ਚੀਜ਼ ਨੂੰ ਬਣਾ ਦਿੱਤਾ, ਉਹਦੇ ਲਈ ਕੀ ਆ ਫਾਈਨਲ ਗੁਡਸ ਆ, ਕਿਉਂਕਿ ਉਹਨੇ ਜਿਹੜਾ ਉਹਦਾ ਕੰਮ ਸੀਗਾ ਉਹ ਇੰਟਰਮੀਡੀਏਟਰ ਪਰਸਨ ਨੂੰ ਪਹੁੰਚਾਉਣਾ ਜਾਂ ਉਹਨੂੰ ਵਿਚੋਲਿਆਂ ਨੂੰ ਫੜਾਉਣਾ, ਤਾਂ ਜੋ ਕੀ ਆ ਉਹ ਆਪਣਾ ਟੈਗ ਲਾ ਕੇ ਅੱਗੇ ਵੇਚ ਸਕਣ। ਤੇ ਇੰਟਰਮੀਡੀਏਟਰ ਜਿਹੜੇ ਵਿਚੋਲੇ ਨੇ ਉਹਨਾਂ ਲਈ ਉਹ ਚੀਜ਼ ਕੀ ਆ ਫਾਈਨਲ ਗੁਡਸ ਨਹੀਂ ਹੈਗੀ, ਉਹ ਕੀ ਆ ਇੰਟਰਮੀਡੀਏਟਰ ਗੁਡਸ ਆ, ਕਿਉਂਕਿ ਹਲੇ ਉਹਨਾਂ ਨੇ ਉਹਦੀ ਪ੍ਰੋਸੈਸਿੰਗ ਕਰਨੀ ਹੈ, ਉਹਦੇ ਤੇ ਆਪਣਾ ਟੈਗ ਲਾਉਣਗੇ, ਫਿਰ ਉਸ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਸੇਲ ਕਰਨ ਭੇਜਣਗੇ, ਤਾਂ ਉਹਨਾਂ ਦੀ ਫਾਈਨਲ ਗੁਡਸ ਬਣੇਗੀ। ਹੁਣ ਦੇਖੋ ਇਹਦਾ ਨੈਸ਼ਨਲ ਇਨਕਮ ਦੇ ਉੱਤੇ ਕੀ ਇਫੈਕਟ ਆ? ਇਹ ਜਿਹੜੀ ਫਾਈਨਲ ਗੁਡਸ ਹੁੰਦੀਆਂ ਨੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਨੈਸ਼ਨਲ ਇਨਕਮ ਦੀ ਕੈਲਕੂਲੇਸ਼ਨ ਦੇ ਲਈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸਲ ਦੇ ਵਿੱਚ ਕੰਜ਼ਿਊਮਰ ਕੰਜ਼ਿਊਮ ਕਰ ਲੈਂਦਾ, ਤੇ ਇੱਥੋਂ ਹੀ ਜਿਹੜਾ ਪ੍ਰਾਈਸ ਜਨਰੇਟ ਹੁੰਦਾ ਤੇ ਪ੍ਰੋਫਿਟ ਜਨਰੇਟ ਹੁੰਦਾ, ਉਹਦੀ ਕੈਲਕੂਲੇਸ਼ਨ ਨਾਲ ਅਸੀਂ ਆਪਣੀ ਇਕਨੋਮੀ ਦੇ ਵਿੱਚ ਜੱਜ ਕਰਦੇ ਹਾਂ ਵੀ ਕਿੰਨਾ ਪੈਸਾ ਹੈਗਾ ਵਾ। ਬਟ ਜਿਹੜਾ ਇੰਟਰਮੀਡੀਏਟਰ ਗੁਡਸ ਹੁੰਦੀ ਆ, ਇਹਨਾਂ ਨੂੰ ਕੀ ਆ, ਇਹਨਾਂ ਦਾ ਕੁਝ ਪਾਰਟ ਜਿਹੜਾ ਹੁੰਦਾ ਉਹ ਕੈਲਕੂਲੇਸ਼ਨ ਦੇ ਲਈ ਯੂਜ਼ ਕਰ ਲਿਆ ਜਾਂਦਾ ਤੇ ਕੁਝ ਕੁ ਨਹੀਂ ਕੀਤਾ ਜਾਂਦਾ। ਕੈਲਕੂਲੇਸ਼ਨ ਹੁਣ ਕੁਝ ਕੁ ਕਿਹੜਾ ਯੂਜ਼ ਕੀਤਾ ਜਾਊਗਾ? ਜਿਵੇਂ ਹੁਣੀ ਮੈਂ ਗੱਲ ਕੀਤੀ ਵੀ ਇੱਕ ਫੈਕਟਰੀ ਦੇ ਵਿੱਚ ਜਿਹੜੀ ਜੀਨ ਦੀ ਪੈਂਟ ਬਣ ਕੇ ਤਿਆਰ ਹੋ ਕੇ ਉਹਨਾਂ ਨੇ ਹੁਣ ਚੀਜ਼ ਉਹ ਵੇਚ ਦਿੱਤੀ, ਕਿਹਨੂੰ ਵੇਚੀ? ਇੰਟਰਮੀਡੀਏਟਰ ਨੂੰ, ਜਾਣੀ ਕਿ ਆਪਣੇ ਵਿਚੋਲੀਆਂ ਨੂੰ ਵੇਚਤੀ ਵੀ ਉਹ ਟੈਗ ਲਾ ਦੇਵੇ। ਤਾਂ ਹੁਣ ਜਿਹੜੇ ਫੈਕਟਰੀ ਵਾਲੇ ਨੇ ਉਹ ਟੈਕਸ ਪੇ ਕਰ ਦੇਣਗੇ ਗਵਰਨਮੈਂਟ ਨੂੰ, ਕਿਉਂ? ਤੇ ਉਹਨਾਂ ਦੀ ਜਿਹੜੀ ਇਨਕਮ ਆ ਉਹ ਨੈਸ਼ਨਲ ਇਨਕਮ ਦੇ ਵਿੱਚ ਯੂਜ਼ ਹੋ ਜਾਊਗੀ। ਤਾਂ ਕਿਹਾ ਜਾਂਦਾ ਵੀ ਜਿਹੜੀ ਇੰਟਰਮੀਡੀਏਟਰ ਗੁਡਸ ਆ ਉਹਦੀ ਜਿਹੜੀ ਇੱਕ ਪਾਰਟ ਜਿਹੜਾ ਹੁੰਦਾ ਵਾ ਉਹ ਨੈਸ਼ਨਲ ਇਨਕਮ ਵਿੱਚ ਯੂਜ਼ ਕੀਤਾ ਜਾਂਦਾ ਤੇ ਕੁਝ ਕੁ ਪਾਰਟ ਨਹੀਂ ਯੂਜ਼ ਕੀਤਾ ਜਾਂਦਾ। ਵੈਲਿਊ ਐਡਡ ਦਾ ਮਤਲਬ ਵੀ ਜਿਹੜੀ ਚੀਜ਼ ਬਣ ਕੇ ਤਿਆਰ ਹੋ ਗਈ ਉਹਦੇ ਉੱਤੇ ਫਰਦਰ ਹੋਰ ਕਿੰਨੇ ਪੈਸੇ ਇਨਕਲੂਡ ਹੋਣਗੇ। ਹੁਣ ਇਹਦੇ ਵਿੱਚ ਤਾਂ ਜਿਹੜਾ ਕੰਜ਼ਿਊਮਰ ਹੁੰਦਾ, ਜੇਕਰ ਉਹਦੇ ਤੇ ਪ੍ਰਾਈਸ MRP ਲਿਖਿਆ 10 ਰੁਪਏ, ਤਾਂ ਉਹ 10 ਰੁਪਏ ਦੀ ਚੀਜ਼ ਉਹਨੂੰ ਮਿਲ ਜਾਏਗੀ, ਠੀਕ ਹੈ ਜੀ। ਤਾਂ ਉਹ ਕੀ ਆ, ਉਹਦੀ ਵੈਲਿਊ ਐਡਡ ਆ, ਵੀ ਉਹਦੇ ਵਿੱਚ ਹੋਰ ਕੋਈ ਐਕਸਟਰਾ ਵੈਲਿਊ ਐਡ ਨਹੀਂ ਹੋ ਸਕਦੀ। ਜਿੰਨੀ MRP ਦੇ ਉੱਤੇ ਰੇਟ ਆ ਉਦੋਂ ਘੱਟ ਵੇਚ ਸਕਦਾ, ਪਰ ਉਦੋਂ ਵੱਧ ਨਹੀਂ ਵੇਚ ਸਕਦਾ। ਜੇਕਰ ਉੱਤੇ 10 ਰੁਪਏ ਰੇਟ ਲਿਖਿਆ ਤਾਂ 10 ਰੁਪਏ ਉਹਦੀ ਫਾਈਨਲ ਗੁਡਸ ਆ ਤੇ ਉਹਦੀ ਵੈਲਿਊ ਉਨੀ ਕੀ ਹੀ ਐਡ ਹੋਊਗੀ ਉਹਦੇ ਵਿੱਚ। ਬਟ ਜੇਕਰ ਅਸੀਂ ਗੱਲ ਕਰੀਏ ਇੰਟਰਮੀਡੀਏਟਰ ਗੁਡਸ ਦੀ, ਤਾਂ ਇੰਟਰਮੀਡੀਏਟਰ ਗੁਡਸ ਕੀ ਹੁੰਦੀਆਂ ਨੇ? ਹਰੇਕ ਜਿਹੜੇ ਪ੍ਰੋਸੈਸ ਦੇ ਵਿੱਚ ਲੰਘੇਗੀ ਉਹ ਆਪਣੀ ਵੈਲਿਊ ਉਹਦੇ ਵਿੱਚ ਐਡ ਕਰਦਾ ਰਹੇਗਾ। ਜਿਵੇਂ ਮੈਂ ਹੁਣੀ ਤੁਹਾਨੂੰ ਦੱਸਿਆ ਵੀ ਫੈਕਟਰੀ ਦੇ ਵਿੱਚ ਜੀਨ ਨਿਕਲੀ, ਤਾਂ ਮੰਨ ਲਓ ਜਿਹੜੀ ਜੀਨ ਸੀਗੀ ਉਹਨਾਂ ਨੇ ਉਹਨੂੰ 500 ਦੀ ਵੇਚੀ ਪਰਸਨ ਨੂੰ, ਠੀਕ ਹੈ ਜੀ। ਤੇ ਉਹ ਪਰਸਨ ਨੇ ਆਪਣਾ ਟੈਗ ਲਾਇਆ ਤੇ ਉਹਨੇ ਅੱਗੇ ਉਹਨੂੰ ਕਿੰਨੇ ਦੀ ਵੇਚਤੀ? 700 ਰੁਪਏ ਦੀ ਵੇਚਤੀ। ਕਿਹਨੂੰ ਵੇਚੀ? ਸ਼ੌਪਕੀਪਰ ਨੂੰ। ਤਾਂ ਹੁਣ 200 ਰੁਪਏ ਉਹਦੇ ਵਿੱਚ ਵੈਲਿਊ ਐਡ ਹੋ ਗਈ, ਕਿਉਂਕਿ ਉਹਨੇ ਕੀ ਆ ਉਹਦਾ ਸਿਰਫ ਟੈਗ ਲਾਉਣ ਦਾ 200 ਰੁਪਇਆ ਲੈ ਲਿਆ। ਹੁਣ ਜਿਹੜਾ ਸ਼ੌਪਕੀਪਰ ਆ ਉਹਨੇ ਆਪਣੀ ਸ਼ੌਪ ਦੇ ਵਿੱਚ ਰੱਖਣ ਦੇ ਕਰਕੇ ਜਿਹੜਾ ਕੰਜ਼ਿਊਮਰ ਆ ਉਹਨੂੰ 800 ਰੁਪਏ ਦੇ ਵਿੱਚ ਵੇਚਤਾ। ਤਾਂ ਹੁਣ ਜਿਹੜਾ 100 ਰੁਪਏ ਦਾ ਜਿਹੜਾ ਬੈਨੀਫਿਟ ਹੋਇਆ ਉਹ ਕੀ ਆ? ਵੈਲਿਊ ਐਡਡ। ਵੀ ਹਰੇਕ ਪ੍ਰੋਸੈਸ ਜਿਹੜੇ ਇੰਟਰਮੀਡੀਏਟਰ ਗੁਡਸ ਹੁੰਦੀਆਂ ਨੇ ਉਹਨਾਂ ਦੇ ਜਿੰਨੇ ਪ੍ਰੋਸੈਸ ਦੇ ਵਿੱਚ ਲੰਘੀ ਜਾਣਗੇ ਉਨੇ ਪ੍ਰੋਸੈਸ ਦੇ ਵਿੱਚ ਉਹਦੀ ਇਨਕਮ ਜਿਹੜੀ ਆ ਉਹਦੇ ਵਿੱਚ ਐਡ ਹੁੰਦੀ ਗਈ ਤੇ ਵੈਲਿਊ ਜਿਹੜੀ ਗੁਡਸ ਦੀ ਆ ਉਹ ਵਧਣੀ ਸ਼ੁਰੂ ਹੋ ਜਾਊਗੀ। ਪਰ ਇਹਦੇ ਵਿੱਚ ਅਸੀਂ ਵੈਲਿਊ ਵਧਾ ਨਹੀਂ ਸਕਦੇ ਹੁੰਦੇ ਫਾਈਨਲ ਗੁਡਸ ਦੇ ਵਿੱਚ। ਟਾਈਪਸ ਆਫ ਗੁਡ ਇਹ ਕੀ ਹੁੰਦੇ ਨੇ? ਫਾਈਨਿਸ਼ਿੰਗ ਗੁਡਸ ਹੁੰਦੀਆਂ ਨੇ, ਯਾਨੀ ਕਿ ਇਹਨਾਂ ਉੱਤੇ ਹੋਰ ਕੋਈ ਵੀ ਅਸੀਂ ਉਹਨੂੰ ਪ੍ਰੋਸੈਸ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਹੋਰ ਜ਼ਿਆਦਾ ਮੋਡੀਫਾਈ ਨਹੀਂ ਕੀਤਾ ਜਾ ਸਕਦਾ, ਤੇ ਉਹ ਫਾਈਨਲ ਗੁਡਸ ਹੋ ਜਾਂਦੀਆਂ ਨੇ। ਬਟ ਜਿਹੜੇ ਇੰਟਰਮੀਡੀਏਟਰ ਹੁੰਦੇ ਨੇ ਉਹਨੂੰ ਮੋਡੀਫਾਈ ਕੀਤਾ ਜਾ ਸਕਦਾ ਹੁੰਦਾ ਵਾ। ਹੁਣ ਇਹਦੀ ਐਗਜ਼ਾਮਪਲ ਕੀ ਆ? ਦੇਖੋ ਜਿਹੜੀ ਸ਼ੂਗਰ ਬਣ ਗਈ ਆ ਤੇ ਘਰ ਦੇ ਵਿੱਚ ਕੀ ਆ, ਅਸੀਂ ਸ਼ੂਗਰ ਨੂੰ ਯੂਜ਼ ਕਰਦੇ ਹਾਂ ਟੀ ਬਣਾਉਣ ਦੇ ਲਈ ਜਾਂ ਕੋਈ ਹੋਰ ਪ੍ਰੋਸੈਸਿਸ ਦੇ ਲਈ। ਬਟ ਇਹਦੇ ਵਿੱਚ ਜਿਹੜਾ ਸ਼ੂਗਰ ਆ
ਉਹਨੂੰ ਯੂਜ਼ ਕੀਤਾ ਜਾਂਦਾ ਬੇਕਰੀ ਦੇ ਵਿੱਚ ਵੀ, ਕਾਟਨ ਇੰਡਸਟਰੀ ਵਿੱਚ, ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ, ਜਾਣੀ ਕਿ ਉਹ ਅੱਗੇ ਵੀ ਫਰਦਰ ਯੂਜ਼ ਕੀਤਾ ਜਾਂਦਾ। ਪਰ ਇਹ ਸ਼ੂਗਰ ਜੇ ਤੁਸੀਂ ਸਿੱਧੀ ਘਰ ਦੇ ਵਿੱਚ ਯੂਜ਼ ਕਰ ਲਈ ਤਾਂ ਉਹ ਫਾਈਨਲ ਗੁੱਡ ਬਣ ਗਈ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਊਗਾ ਦਾ ਡਿਫਰੈਂਸ। ਨੈਕਸਟ ਹੈਗੀ ਕਲਾਸੀਫਿਕੇਸ਼ਨ ਆਫ ਗੁੱਡਸ। ਹੁਣ ਆਹ ਦੋ ਗੁੱਡਸ ਤੋਂ ਇਲਾਵਾ ਦੋ ਹੋਰ ਇੰਪੋਰਟੈਂਟ ਗੁੱਡਸ ਹੁੰਦੀਆਂ ਨੇ, ਉਹ ਕਿਹੜੀਆਂ ਕਿਹੜੀਆਂ ਦੇਖੋ। ਪਹਿਲੀ ਹੈਗੀ ਹੈ ਕੈਪੀਟਲ ਗੁੱਡਸ। ਕੈਪੀਟਲ ਗੁੱਡਸ ਬਸ ਤੁਸੀਂ ਇਹ ਯਾਦ ਰੱਖਣੀਆਂ ਨੇ, ਉਹ ਚੀਜ਼ਾਂ ਜਿਹੜੀਆਂ ਕਿ ਕਾਫੀ ਲੰਬੇ ਸਮੇਂ ਤੱਕ ਚੱਲ ਜਾਣ ਜਾਂ ਫਿਕਸਡ ਨੇਚਰ ਦੀਆਂ ਹੋਣ ਤਾਂ ਉਹਨੂੰ ਅਸੀਂ ਕੈਪੀਟਲ ਗੁੱਡਸ ਕਹਿੰਦੇ ਹਾਂ। ਬਸ ਇਹ ਤੁਸੀਂ ਯਾਦ ਰੱਖਣਾ ਵੀ ਜਿਹੜੀ ਲੰਬੇ ਸਮੇਂ ਤੱਕ ਚੱਲੇ ਜਾਣਗੀਆਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੈਪੀਟਲ ਗੁੱਡਸ ਕਹਿੰਦੇ ਹਾਂ। ਫੋਰ ਐਗਜ਼ਾਮਪਲ ਮਸ਼ੀਨਰੀ ਹੋ ਗਈ, ਪਲਾਂਟ ਹੋ ਗਈ, ਹਾਰਡਵੇਅਰ ਹੋ ਗਿਆ, ਸੌਫਟਵੇਅਰ ਹੋ ਗਿਆ, ਫੈਕਟਰੀ ਹੋ ਗਈ, ਕੋਈ ਬਿਲਡਿੰਗ ਹੋ ਗਈ, ਇਹ ਸਾਰੀਆਂ ਕੀ ਨੇ ਕੈਪੀਟਲ ਗੁੱਡਸ ਦੇ ਨੇਚਰ ਦੀਆਂ ਨੇ ਜਿਹੜੀਆਂ ਕਿ ਲੰਬੇ ਸਮੇਂ ਤੱਕ ਚੱਲਦੀਆਂ ਨੇ, ਤਾਂ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਵਾ ਕੈਪੀਟਲ ਗੁੱਡਸ ਕਿਹਾ ਜਾਂਦਾ। ਨੈਕਸਟ ਹੈਗਾ ਵਾ ਕੰਜ਼ਿਊਮਰ ਗੁੱਡਸ। ਕੰਜ਼ਿਊਮਰ ਗੁੱਡਸ ਕੀ ਹੁੰਦੀਆਂ ਨੇ? ਉਹ ਚੀਜ਼ਾਂ ਜਿਹੜੀਆਂ ਕਿ ਬੰਦੇ ਦੀਆਂ ਜ਼ਰੂਰਤਾਂ ਨੂੰ ਸੈਟੀਸਫਾਈ ਕਰਨ ਦੇ ਲਈ, ਜਾਣੀ ਕਿ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਕੰਜ਼ਿਊਮਰ ਗੁੱਡ। ਠੀਕ ਹੈ ਜੀ। ਉਹ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ, ਤੁਸੀਂ ਯਾਦ ਰੱਖਣੀਆਂ ਨੇ। ਫਸਟ ਹੈਗਾ ਵਾ ਕੰਜ਼ਿਊਮਰ ਡਿਊਰੇਬਲ ਗੁੱਡਸ। ਉਹ ਗੁੱਡਸ ਜਿਹੜੀਆਂ ਕੀ ਹੁੰਦੀਆਂ ਨੇ ਸਿਰਫ ਉਹਨੂੰ ਸਰਟੀਫਾਈ ਕਰਦੀਆਂ ਨੇ ਜਦੋਂ ਤੱਕ ਉਹ ਵਰਕਿੰਗ ਆਵਰਸ ਦੇ ਵਿੱਚ ਉਹ ਕੰਮ ਕਰੇਗਾ। ਵੀ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਕਾਫੀ ਲੰਬੇ ਸਮੇਂ ਤੱਕ ਚੱਲਣਗੀਆਂ ਉਹਦੀ ਲਾਈਫ ਦੇ ਵਿੱਚ, ਜਦੋਂ ਤੱਕ ਉਹ ਵਰਕ ਕਰੇਗਾ ਤੇ ਉਹਨੂੰ ਸਰਟੀਫਾਈ ਕਰੀ ਜਾਏਗੀ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਡਿਊਰੇਬਲ ਗੁੱਡਸ। ਜਿਵੇਂ ਕਿ ਸਾਡੇ ਕੋਲ ਸਮਾਰਟਫੋਨ ਹੋ ਗਏ, ਟੈਲੀਵਿਜ਼ਨ ਹੋ ਗਏ, ਵਾਸ਼ਿੰਗ ਮਸ਼ੀਨ ਹੋ ਗਈ, ਇਹ ਸਾਰੇ ਕੀ ਆ ਸਾਡੇ ਕੁਛ ਕੁ ਟਾਈਮ ਤੱਕ ਸਾਡੇ ਨਾਲ ਚੱਲਦੇ ਨੇ ਤੇ ਅਸੀਂ ਇਹਨਾਂ ਤੋਂ ਸੰਤੁਸ਼ਟ ਹੋ ਜਾਂਦੇ ਹਾਂ ਤੇ ਉਦੋਂ ਤੱਕ ਇਹਨਾਂ ਤੋਂ ਵਰਕ ਲਈ ਜਾਂਦੇ ਨੇ, ਤਾਂ ਉਹ ਕੀ ਹੋ ਗਿਆ ਡਿਊਰੇਬਲ ਗੁੱਡਸ। ਨਾਨ ਡਿਊਰੇਬਲ ਗੁੱਡਸ ਉਹ ਗੁੱਡਸ ਜਿਹੜੀਆਂ ਕੀ ਹੁੰਦੀਆਂ ਨੇ ਸਿਰਫ ਅਸੀਂ ਪਰਟੀਕੂਲਰ ਟਾਈਮ ਦੇ ਲਈ ਜਾਂ ਥੋੜੇ ਜਿਹੇ ਸਮੇਂ ਦੇ ਲਈ ਹੀ ਯੂਜ਼ ਕੀਤੀਆਂ ਜਾਂਦੀਆਂ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਨਾਨ ਡਿਊਰੇਬਲ ਗੁੱਡਸ। ਜਿਵੇਂ ਕਿ ਕੀ ਹੋ ਗਿਆ ਕਾਫੀ, ਜੇਕਰ ਤੁਸੀਂ ਬਣਾ ਲੈਂਦੇ ਹੋ ਤਾਂ ਉਹ ਕਾਫੀ ਖਰਾਬ ਹੋ ਜਾਏਗੀ, ਬਟ ਜੇਕਰ ਤੁਸੀਂ ਉਹਨੂੰ ਨਹੀਂ ਬਣਾਇਆ ਤੇ ਉਹਨੂੰ ਕੀ ਆ ਜੋ ਤੁਸੀਂ 2 ਸਾਲ ਬਾਅਦ ਵੀ ਜਾ ਕੇ ਯੂਜ਼ ਕਰ ਸਕਦੇ ਹੋ, ਕਿਉਂਕਿ ਉਹ ਜਿੰਨੀ ਜ਼ਿਆਦਾ ਤੁਸੀਂ ਉਹਨੂੰ ਟਾਈਮ ਦੇ ਵਿੱਚ ਰੱਖੋਗੇ ਉਨੀ ਜ਼ਿਆਦਾ ਉਹ ਖਰਾਬ ਨਹੀਂ ਹੁੰਦੀ, ਸਗੋਂ ਵਧੀਆ ਬਣ ਜਾਂਦੀ ਹੈ, ਤਾਂ ਉਹ ਡਿਊਰੇਬਲ ਗੁੱਡਸ ਦੇ ਵਿੱਚ ਆ ਜਾਏਗੀ। ਬਟ ਤੁਸੀਂ ਉਹਨੂੰ ਕਾਫੀ ਬਣਾ ਲਈ ਤਾਂ ਉਹ ਕਾਫੀ ਕੀ ਆ ਜੇਕਰ ਤੁਸੀਂ ਨਾ ਪੀਤੀ ਤਾਂ ਕੁਝ ਸਮੇਂ ਬਾਅਦ ਉਹ ਕੀ ਹੋ ਜਾਏਗੀ ਖਰਾਬ ਹੋ ਜਾਏਗੀ, ਤਾਂ ਉਹ ਕੀ ਹੋ ਜਾਏਗੀ ਨਾਨ ਡਿਊਰੇਬਲ ਗੁੱਡਸ ਦੇ ਵਿੱਚ ਆ ਜਾਏਗੀ। ਕੰਜ਼ਿਊਮਰ ਸਰਵਿਸਿਜ਼ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਿੱਧਾ ਹੀ ਬੰਦੇ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ, ਜਿਵੇਂ ਹੇਅਰ ਕਟਿੰਗ ਆ ਗਿਆ, ਟਿਕਟ ਬੁਕਿੰਗ ਕਰਨ ਵਾਲੇ ਹੋ ਗਿਆ, ਇਹ ਸਾਰੀਆਂ ਚੀਜ਼ਾਂ ਕੀ ਬਣ ਜਾਂਦੀਆਂ ਨੇ ਕੰਜ਼ਿਊਮਰ ਸਰਵਿਸ ਬਣ ਜਾਂਦੀ ਹੈ। ਹਾਂਜੀ। ਨੈਕਸਟ ਸਾਡੇ ਕੋਲ ਕੀ ਆ? ਨੈਕਸਟ ਹੈਗਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਰਿਪੀਟ ਹੋਇਆ ਵਾ ਸੀਬੀਐਸਈ ਵਿੱਚ ਤਾਂ ਖਾਸ ਕਰਕੇ ਰਿਪੀਟ ਹੋਇਆ ਕੁਐਸਚਨ ਵੀ ਆਲ ਕੈਪੀਟਲ ਗੁੱਡਸ ਆਰ ਪ੍ਰੋਡਿਊਸਰ ਗੁੱਡਸ ਬਟ ਆਲ ਪ੍ਰੋਡਿਊਸਰ ਗੁੱਡਸ ਆਰ ਨਾਟ ਕੈਪੀਟਲ ਗੁੱਡਸ। ਹੁਣ ਦੇਖੋ, ਹੁਣ ਇਹਦਾ ਮਤਲਬ ਕੀ ਹੈ? ਪਹਿਲਾਂ ਮਤਲਬ ਸਮਝਦੇ ਆ ਵੀ ਦੇਖੋ ਜਿੰਨੀਆਂ ਵੀ ਕੈਪੀਟਲ ਗੁੱਡਸ ਹੋਣਗੀਆਂ, ਕੈਪੀਟਲ ਗੁੱਡਸ ਹੁਣ ਅਸੀਂ ਕਿਹੜੀਆਂ ਪੜ੍ਹੀਆਂ ਨੇ? ਉਹ ਗੁੱਡਸ ਜਿਹੜੀਆਂ ਕਿ ਨੇ ਕਾਫੀ ਲੰਬੇ ਸਮੇਂ ਤੱਕ ਚੱਲਦੀਆਂ ਨੇ ਜਾਂ ਸਾਡੇ ਲਾਈਫ ਟਾਈਮ ਤੱਕ ਉਹ ਵਰਕ ਕਰਦੀਆਂ ਰਹਿੰਦੀਆਂ, ਤਾਂ ਉਹਨੂੰ ਅਸੀਂ ਕੈਪੀਟਲ ਗੁੱਡਸ ਕਹਿ ਦਿੰਦੇ ਹਾਂ। ਤਾਂ ਹੁਣ ਉਹ ਕੀ ਕਹਿੰਦਾ ਵੀ ਜਿਹੜੀਆਂ ਸਾਰੀਆਂ ਕੈਪੀਟਲ ਗੁੱਡਸ ਹੁੰਦੀਆਂ ਨੇ ਉਹ ਪ੍ਰੋਡਿਊਸਰ ਗੁੱਡਸ ਹੁੰਦੀਆਂ ਨੇ। ਪ੍ਰੋਡਿਊਸਰ ਦਾ ਮਤਲਬ, ਪ੍ਰੋਡਿਊਸਰ ਗੁੱਡਸ ਦਾ ਮਤਲਬ ਕੀ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਪਰਸਨ ਉਹਨੂੰ ਪ੍ਰੋਡਿਊਸ ਕਰਦਾ ਵਾ, ਬਟ ਜਿਹੜੀਆਂ ਸਾਰੀਆਂ ਪ੍ਰੋਡਿਊਸਰ ਗੁੱਡਸ ਹੁੰਦੀਆਂ ਨੇ ਉਹ ਕਦੇ ਵੀ ਕੈਪੀਟਲ ਗੁੱਡਸ ਨਹੀਂ ਬਣ ਸਕਦੀਆਂ। ਕੈਪੀਟਲ ਗੁੱਡਸ ਕਿਉਂ ਨਹੀਂ ਬਣ ਸਕਦੀਆਂ? ਕਿਉਂਕਿ ਉਹ ਲੰਬੇ ਸਮੇਂ ਤੱਕ ਨਹੀਂ ਚੱਲਦੀਆਂ। ਤਾਂ ਹੁਣ ਉਹਨੂੰ ਜੇ ਐਕਸਪਲੇਨ ਕਰਾਂ ਮੈਂ ਤਾਂ ਕਿੱਦਾਂ ਕਰਿਆ ਜਾ ਸਕਦਾ? ਜੇਕਰ ਤੁਸੀਂ ਇਹਦੀ ਡੈਫੀਨੇਸ਼ਨ ਵੀ ਦੇਖਣਾ ਚਾਹੋ ਇੱਥੋਂ ਦੇਖ ਕੇ ਕਰ ਸਕਦੇ ਹੋ, ਬਟ ਮੈਂ ਤੁਹਾਨੂੰ ਬੜੀ ਈਜ਼ੀ ਤਰੀਕੇ ਨਾਲ ਸਮਝਾਉਣਾ। ਦੇਖੋ ਮੇਰੇ ਕੋਲ ਕੈਪੀਟਲ ਗੁੱਡਸ ਕਿਹੜੀਆਂ ਹੋ ਗਈਆਂ? ਕੈਪੀਟਲ ਗੁੱਡਸ ਮੰਨ ਲਓ ਵੀ ਜਿਹੜੀ ਵੁੱਡ ਆ, ਲੱਕੜ ਆ, ਲੱਕੜ ਕੀ ਆ ਇਹ ਪ੍ਰੋਡਿਊਸ ਨਹੀਂ ਕੀਤੀ ਜਾਂਦੀ ਹੈਗੀ, ਪ੍ਰੋਡਿਊਸਰ ਦੁਆਰਾ ਨਹੀਂ ਪ੍ਰੋਡਿਊਸ ਕੀਤੀ ਜਾਂਦੀ, ਬਟ ਇਹ ਕੀ ਹੈ ਕੈਪੀਟਲ ਗੁੱਡਸ ਆ, ਕਾਫੀ ਲੰਬੇ ਸਮੇਂ ਤੱਕ ਚੱਲਦੀ ਹੈ। ਇਹਦੇ ਵਿੱਚ ਅਸੀਂ ਫਰਨੀਚਰ ਬਣਾ ਸਕਦੇ ਹਾਂ ਜਾਂ ਇਹਦੇ ਲਈ ਕੋਈ ਵੀ ਐਸਡ ਜਾਣੀ ਕਿ ਵੁੱਡਸ ਤੋਂ ਅਸੀਂ ਕੁਝ ਵੀ ਚੀਜ਼ਾਂ ਬਣਾ ਸਕਦੇ ਹਾਂ। ਠੀਕ ਹੈ, ਇਹ ਕਾਫੀ ਲੰਬੇ ਸਮੇਂ ਤੱਕ ਸਾਡੇ ਨਾਲ ਚੱਲੂਗੀ। ਠੀਕ ਹੈ, ਪਰ ਇਹ ਪ੍ਰੋਡਿਊਸਰ ਦੁਆਰਾ ਨਹੀਂ ਬਣਾਈ ਜਾਂਦੀਆਂ। ਠੀਕ ਹੈ, ਤਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਸਾਰੀਆਂ ਪ੍ਰੋਡਿਊਸਰ ਗੁੱਡਸ ਹੁੰਦੀਆਂ ਨੇ ਤਾਂ ਉਹ ਸਾਰੀਆਂ ਕੈਪੀਟਲ ਗੁੱਡਸ ਨਹੀਂ ਹੋ ਸਕਦੀਆਂ। ਠੀਕ ਹੈ, ਮਤਲਬ ਕੀ ਆ ਵੀ ਜਿੰਨੀਆਂ ਵੀ ਕੈਪੀਟਲ ਗੁੱਡਸ ਹੋਣਗੀਆਂ ਉਹ ਕਿਸੇ ਨਾ ਕਿਸੇ ਬੰਦੇ ਦੁਆਰਾ ਬਣਾਈਆਂ ਜਾਣਗੀਆਂ ਤੇ ਉਹ ਕਾਫੀ ਲੰਬੇ ਸਮੇਂ ਤੱਕ ਚੱਲਣਗੀਆਂ। ਠੀਕ ਹੈ ਜੀ, ਤਾਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਹੁੰਦੇ ਹਾਂ ਪ੍ਰੋਡਿਊਸਰ ਗੁੱਡਸ, ਕਿਉਂਕਿ ਉਹ ਕੀ ਨੇ ਕੈਪੀਟਲ ਗੁੱਡਸ। ਜਿਹੜੀਆਂ ਪ੍ਰੋਡਿਊਸਰ ਗੁੱਡਸ ਹੁੰਦੀਆਂ ਉਹ ਤੁਸੀਂ ਲਗਾ ਸਕਦੇ ਇੱਕ ਵੱਡਾ ਸਰਕਲ ਹੋਇਆ ਤੇ ਕੈਪੀਟਲ ਗੁੱਡਸ ਹੋਈਆਂ ਨੇ ਉਹਦਾ ਛੋਟਾ ਸਰਕਲ। ਇਸ ਦਾ ਮਤਲਬ ਕੀ ਆ ਵੀ ਜਿਹੜੀਆਂ ਸਾਰੀਆਂ ਕੈਪੀਟਲ ਗੁੱਡਸ ਨੇ, ਜਿਹੜੀਆਂ ਸਾਰੀਆਂ ਪ੍ਰੋਡਿਊਸਰ ਸੌਰੀ ਇਹਨਾਂ ਨੇ ਦੁਬਾਰਾ ਕੀ ਕਿਹਾ, ਦੋ ਕੁਐਸਚਨ ਬਣਦੇ ਸੀ। ਪ੍ਰੋਡਿਊਸਰ ਗੁੱਡਸ ਆਰ ਨਾਟ ਕੈਪੀਟਲ ਗੁੱਡਸ। ਜਿਹੜੀਆਂ ਪ੍ਰੋਡਿਊਸਰ ਗੁੱਡਸ ਹੁੰਦੇ ਆ ਉਹ ਸੌਰੀ ਛੋਟਾ ਸਰਕਲ ਹੁੰਦਾ ਤੇ ਜਿਹੜਾ ਕੈਪੀਟਲ ਗੁੱਡਸ ਹੁੰਦੇ ਆ ਉਹ ਵੱਡਾ ਸਰਕਲ ਹੁੰਦਾ ਵਾ। ਕੈਪੀਟਲ ਗੁੱਡਸ ਕਿਹੜੀਆਂ ਹੋਣਗੀਆਂ? ਜਿਹੜੀਆਂ ਲੰਬੇ ਸਮੇਂ ਤੱਕ ਚੱਲਣਗੀਆਂ, ਤੇ ਪ੍ਰੋਡਿਊਸਰ ਗੁੱਡਸ ਕੁਝ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਚੱਲਦੀਆਂ। ਫੋਰ ਐਗਜ਼ਾਮਪਲ ਦੇਖੋ, ਹੁਣ ਮੈਂ ਕੀ ਆ ਇੱਕ ਕਲੋਥ ਦੀ ਐਗਜ਼ਾਮਪਲ ਲੈਂਦੇ ਹਾਂ। ਕਲੋਥ ਨੂੰ ਕੀ ਆ ਇੱਕ ਪ੍ਰੋਡਿਊਸਰ ਬਣਾਉਂਦਾ ਵਾ, ਜਾਣੀ ਕਿ ਉਹ ਇੱਕ ਸ਼ਰਟ ਬਣਾਉਂਦਾ ਵਾ, ਕੁਝ ਵੀ ਬਣਾਉਂਦਾ ਵਾ, ਉਹ ਕਾਫੀ ਲੰਬੇ ਸਮੇਂ ਤੱਕ ਨਹੀਂ ਚੱਲਦੀਆਂ, ਥੋੜੇ ਸਮੇਂ ਤੱਕ ਚੱਲਦੀਆਂ ਨੇ। ਫੈਸ਼ਨ ਜਿਹੜਾ ਕੀ ਹੁੰਦਾ ਵਾ ਅਪਡੇਟ ਨਹੀਂ ਰਹਿੰਦਾ ਹੈਗਾ, ਤਾਂ ਅਸੀਂ ਉਹਨੂੰ ਛੱਡ ਦਿੰਦੇ ਹਾਂ। ਤਾਂ ਇਸ ਦਾ ਮਤਲਬ ਕੀ ਆ ਵੀ ਜਿਹੜੀਆਂ ਵੀ ਕੋਈ ਵੀ ਪ੍ਰੋਡਿਊਸਰ ਗੁੱਡਸ ਬਣਾਉਂਦਾ ਤਾਂ ਉਹ ਸਾਰੀਆਂ ਕੈਪੀਟਲ ਗੁੱਡਸ ਨਹੀਂ ਬਣ ਸਕਦੀਆਂ, ਕਿਉਂਕਿ ਉਹ ਲੰਬੇ ਸਮੇਂ ਤੱਕ ਨਹੀਂ ਚੱਲ ਸਕਦੀਆਂ। ਪਰ ਜਿੰਨੀਆਂ ਵੀ ਕੈਪੀਟਲ ਗੁੱਡਸ ਹੋਣਗੀਆਂ ਜਿਹੜੀਆਂ ਲੰਬੇ ਸਮੇਂ ਤੱਕ ਚੱਲਦੀਆਂ ਨੇ
ਤਾਂ ਉਹਨੂੰ ਪ੍ਰੋਡਿਊਸਰ ਜ਼ਰੂਰ ਬਣਾਏਗਾ, ਜਾਣੀ ਕਿ ਉਹ ਪ੍ਰੋਡਿਊਸਰ ਗੁੱਡਸ ਹੋਣਗੀਆਂ, ਕਿਸੇ ਨਾ ਕਿਸੇ ਦੁਆਰਾ ਪ੍ਰੋਡਿਊਸ ਕੀਤੀਆਂ ਗਈਆਂ ਹੋਣਗੀਆਂ। ਜਿਵੇਂ ਕਿ ਸਾਡੀ ਮਸ਼ੀਨਰੀ ਹੋ ਗਈ, ਮਸ਼ੀਨਰੀ ਕੋਈ ਨਾ ਕੋਈ ਇੱਕ ਪ੍ਰੋਡਿਊਸਰ ਉਹਨੂੰ ਬਣਾਏਗਾ, ਉਹਦੇ ਨਟ ਬੋਲਟ ਬਣਾਏਗਾ ਜਾਂ ਉਹਨੂੰ ਪੂਰਾ ਅਸੈਂਬਲ ਕਰਕੇ ਸਾਨੂੰ ਪ੍ਰੋਵਾਈਡ ਕਰੇਗਾ। ਫੋਰ ਐਗਜ਼ਾਮਪਲ ਚਾਹੇ ਕਾਰ ਦੀ ਲਗਾ ਲਓ, ਕਾਰ ਨੂੰ ਕੋਈ ਨਾ ਕੋਈ ਬੰਦਾ ਬਣਾਏਗਾ, ਠੀਕ ਹੈ ਜੀ, ਤੇ ਉਹ ਕਾਫੀ ਲੰਬੇ ਸਮੇਂ ਤੱਕ ਚੱਲਦੀ ਵੀ ਰਹੇਗੀ। ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਕਾਰ ਆ ਉਹ ਇੱਕ ਕੈਪੀਟਲ ਗੁੱਡਸ ਆ, ਤੇ ਉਹਨੂੰ ਕੋਈ ਨਾ ਕੋਈ ਪ੍ਰੋਡਿਊਸਰ ਬਣਾਉਂਦਾ ਵਾ। ਤਾਂ ਕਰਕੇ ਅਸੀਂ ਜਿੰਨੀਆਂ ਵੀ ਕੈਪੀਟਲ ਗੁੱਡਸ ਹੁੰਦੀਆਂ ਨੇ ਉਹ ਪ੍ਰੋਡਿਊਸਰ ਗੁੱਡਸ ਦੇ ਵਿੱਚ ਆ ਜਾਂਦੀਆਂ ਨੇ, ਪਰ ਸਾਰੀਆਂ ਪ੍ਰੋਡਿਊਸਰ ਗੁੱਡਸ, ਹੁਣ ਦੇਖੋ ਕਾਰ ਨੂੰ ਜਿਹੜਾ ਵਾ ਇੱਕ ਪ੍ਰੋਡਿਊਸਰ ਬਣਾਉਂਦਾ ਵਾ ਤੇ ਉਹ ਕੈਪੀਟਲ ਗੁੱਡ ਬਣ ਗਈ। ਬਟ ਜੇਕਰ ਅਸੀਂ ਕਾਰ ਦੇ ਛੋਟੇ ਛੋਟੇ ਪਾਰਟਸ ਦੀ ਗੱਲ ਕਰੀਏ, ਜਿਵੇਂ ਹੁਣ ਟਾਇਰ ਹੋ ਗਿਆ, ਟਾਇਰ ਹੁਣ ਕੁਛ ਲੰਬੇ ਸਮੇਂ ਤੱਕ ਥੋੜਾ ਚੱਲਦਾ ਵਾ, ਉਹ ਜਿੰਨਾ ਟਾਈਮ ਤੁਸੀਂ ਉਹਨੂੰ ਯੂਜ਼ ਕਰੋਗੇ ਉਹ ਖਰਾਬ ਹੋ ਜਾਂਦਾ, ਤਾਂ ਉਹਨੂੰ ਲਾ ਕੇ ਸੁੱਟਣਾ ਪੈਂਦਾ। ਬਣਾਇਆ ਉਹ ਵੀ ਕਿਹਨੇ ਆ, ਪ੍ਰੋਡਿਊਸਰ ਨੇ ਬਣਾਇਆ, ਪਰ ਉਹ ਲੰਬੇ ਸਮੇਂ ਤੱਕ ਨਹੀਂ ਚੱਲਦੀ। ਤਾਂ ਕਰਕੇ ਜਿਹੜੀ ਆ ਲਾਸਟ ਸਟੇਟਮੈਂਟ ਬਣਦੀ ਆ ਵੀ ਜਿਹੜਾ ਪ੍ਰੋਡਿਊਸਰ ਗੁੱਡਸ ਨੇ ਉਹ ਸਾਰੀਆਂ ਕੈਪੀਟਲ ਗੁੱਡਸ ਨਹੀਂ ਬਣ ਸਕਦੀਆਂ। ਕਿ ਜਿਹੜਾ ਪ੍ਰੋਡਿਊਸਰ ਆ ਉਹ ਟਾਇਰ ਵੀ ਪ੍ਰੋਡਿਊਸ ਕਰਦਾ ਵਾ ਤੇ ਪਲੱਸ ਕਾਰ ਵੀ ਪ੍ਰੋਡਿਊਸ ਕਰਦਾ ਵਾ। ਕਾਰ ਕਾਫੀ ਲੰਬੇ ਸਮੇਂ ਤੱਕ ਚੱਲ ਜਾਂਦੀ ਹੈ, ਪਰ ਟਾਇਰ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੱਕ ਨਹੀਂ ਚੱਲ ਪਾਉਂਦੇ। ਤਾਂ ਇਸ ਦਾ ਮਤਲਬ ਕੀ ਆ ਵੀ ਜਿੰਨੀਆਂ ਵੀ ਪ੍ਰੋਡਿਊਸਰ ਗੁੱਡਸ ਹੋਣਗੀਆਂ ਉਹ ਸਾਰੀਆਂ ਕੈਪੀਟਲ ਗੁੱਡਸ ਨਹੀਂ ਬਣ ਸਕਦੀਆਂ, ਪਰ ਸਾਰੀਆਂ ਕੈਪੀਟਲ ਗੁੱਡਸ ਪ੍ਰੋਡਿਊਸਰ ਗੁੱਡਸ ਹੋਣਗੀਆਂ, ਕਿਉਂਕਿ ਉਹ ਕੋਈ ਨਾ ਕੋਈ ਪ੍ਰੋਡਿਊਸਰ ਬਣਾਏਗਾ ਹੀ ਬਣਾਏਗਾ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਮੈਂ ਤੁਹਾਨੂੰ ਕਹਾਂਗਾ ਸਪੈਸ਼ਲੀ ਇਹ ਤਾਂ ਹੀ ਇਸ ਸਲਾਈਡ ਦੇ ਵਿੱਚ ਲੈ ਕੇ ਆਇਆ ਇਕੱਲੇ ਇਸ ਕੁਐਸਚਨ ਨੂੰ ਹੀ, ਕਿਉਂਕਿ ਇਹ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਆ, ਠੀਕ ਹੈ ਜੀ। ਨੈਕਸਟ ਹੈ ਸਾਡੇ ਕੋਲ ਇਨਵੈਸਟਮੈਂਟ ਦਾ ਟੌਪਿਕ, ਵੀ ਇਨਵੈਸਟਮੈਂਟ ਕੀ ਹੁੰਦੀ ਆ। ਵੀ ਜਿਹੜਾ ਵੀ ਪੈਸਾ ਕੋਈ ਵੀ ਬੰਦਾ ਆਪਣੇ ਕੋਲ ਕੈਪੀਟਲ ਰੂਪ ਦੇ ਵਿੱਚ ਕੋਈ ਚੀਜ਼ ਨੂੰ ਸਟੋਰ ਕਰਕੇ ਰੱਖ ਲੈਂਦਾ ਜਾਂ ਸੇਵਿੰਗ ਕਰਕੇ ਰੱਖ ਲੈਂਦਾ, ਤਾਂ ਜੋ ਕੀ ਆ ਉਹ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਉਹ ਪੈਸਾ ਲਗਾਵੇਗਾ, ਉਹਨੂੰ ਅਸੀਂ ਕਹਿੰਦੇ ਇਨਵੈਸਟਮੈਂਟ ਕਹਿੰਦੇ ਹਾਂ। ਯਾਨੀ ਕਿ ਹੁਣ ਦੇਖੋ ਡੈਫੀਨੇਸ਼ਨ ਕੀ ਕਹਿੰਦੀ ਹੈ, ਇਨਵੈਸਟਮੈਂਟ ਇਜ਼ ਅ ਕੈਪੀਟਲ ਫਾਰਮੇਸ਼ਨ ਰੈਫਰਸ ਟੂ ਦੀ ਐਡੀਸ਼ਨ ਆਫ ਦੇਅਰ ਕੈਪੀਟਲ ਸਟਾਕ ਐਂਡ ਇਕੋਨਮੀ। ਕਹਿੰਦੇ ਵੀ ਇਹ ਕੀ ਹੁੰਦਾ ਵਾ, ਇੱਕ ਐਡੀਸ਼ਨਲ ਕੈਪੀਟਲ ਸਟਾਕ ਹੁੰਦਾ ਵਾ ਜਿਹੜਾ ਕਿ ਇਕੋਨਮੀ ਦੇ ਵਿੱਚ ਲਗਾਇਆ ਜਾਂਦਾ, ਤਾਂ ਜੋ ਕੀ ਆ ਸਾਡੀ ਇਕੋਨਮੀ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਅਸੀਂ ਪ੍ਰੋਡਿਊਸ ਕਰ ਸਕੀਏ ਜਾਂ ਅੱਗੇ ਆਪਣੀ ਇਕੋਨਮੀ ਲੈ ਕੇ ਜਾ ਸਕੀਏ। ਜਿਵੇਂ ਐਗਜ਼ਾਮਪਲ ਦਿੱਤੀ ਹੈ ਕੰਸਟਰਕਸ਼ਨ ਆਫ ਬਿਲਡਿੰਗ, ਕਿ ਕਿਸੇ ਬਿਲਡਿੰਗ ਨੂੰ ਬਣਾਉਣਾ, ਕੋਈ ਨਵੀਂ ਮਸ਼ੀਨਰੀ ਪਰਚੇਸ ਕਰਨੀ, ਕੋਈ ਐਡੀਸ਼ਨਲ ਇਨਵੈਂਟਰੀ ਕਰਨੀ ਜਾਂ ਗੁੱਡਸ ਐਂਡ ਸਰਵਿਸਿਜ਼ ਬਣਾਉਣੀਆਂ, ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਹੁਣ ਇਨਵੈਸਟਮੈਂਟ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਦੋ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ, ਇੰਡਿਊਸ ਤੇ ਆਟੋਨੋਮਿਕ। ਜਿਹੜੀ ਇੰਡਿਊਸ ਇਨਵੈਸਟਮੈਂਟ ਹੁੰਦੀ ਆ ਉਹ ਕਰਦੇ ਹੁੰਦੇ ਆ ਸਾਡੇ ਵਰਗੇ ਜਿਹੜੇ ਪ੍ਰਾਈਵੇਟ ਪਰਸਨ ਹੁੰਦੇ ਆ, ਜਿਨ੍ਹਾਂ ਨੂੰ ਕੀ ਮਤਲਬ ਹੁੰਦਾ ਵੀ ਅਸੀਂ ਕੀ ਆ ਪ੍ਰੋਫਿਟ ਕਮਾਉਣਾ ਵਾ, ਜਸਟ ਸਾਡਾ ਮਤਲਬ ਕੀ ਹੁੰਦਾ ਪ੍ਰੋਫਿਟ ਕਮਾਉਣਾ। ਜੇ ਮੈਂ ਕਿਤੇ ਪੈਸਾ ਲਾਇਆ ਤਾਂ ਮੈਨੂੰ ਉੱਥੋਂ ਕੁਛ ਨਾ ਕੁਛ ਪ੍ਰੋਫਿਟ ਨਿਕਲੇ। ਫੋਰ ਐਗਜ਼ਾਮਪਲ ਹੁਣ ਦੇਖੋ ਅੱਜ ਦੇ ਟਾਈਮ ਦੇ ਵਿੱਚ ਅਸੀਂ ਕੀ ਆ ਝੋਨਾ ਬੀਜ ਰਹੇ ਹਾਂ, ਜਦ ਅਸੀਂ ਕਹਿ ਦੋ ਰਾਈਸ ਬੀਜ ਰਹੇ ਹਾਂ, ਤਾਂ ਇਹਦਾ ਮੇਨ ਮੋਟਿਵ ਕੀ ਆ ਸਾਡਾ, ਉਹ ਅਸੀਂ ਇੰਡਿਊਸ ਇਨਵੈਸਟਮੈਂਟ ਕਰ ਰਹੇ ਹਾਂ। ਅਸੀਂ ਪੈਸਾ ਲਾ ਰਹੇ ਹਾਂ ਹੁਣ, ਤਾਂ ਜੋ 6 ਮਹੀਨੇ ਬਾਅਦ ਜਿਹੜਾ ਸਾਨੂੰ ਝੋਨੇ ਦਾ ਝਾੜ ਨਿਕਲੇ ਜਾਂ ਰਾਈਸ ਦਾ ਝਾੜ ਨਿਕਲੇ, ਬਹੁਤ ਜ਼ਿਆਦਾ ਨਿਕਲੇ, ਤੇ ਮੇਰੀ ਇਨਕਮ ਕੀ ਆ ਉਹ ਵੱਧ ਜਾਵੇ ਤੇ ਮੈਨੂੰ ਉਹਦੇ ਵਿੱਚੋਂ ਜ਼ਿਆਦਾ ਪ੍ਰੋਫਿਟ ਨਿਕਲ ਗਿਆ ਸਕੇ। ਤਾਂ ਕਰਕੇ ਪੰਜਾਬ ਦੇ ਵਿੱਚ ਝੋਨਾ ਬੀਜਿਆ ਜਾਂਦਾ। ਤਾਂ ਉਹ ਲੋਕ ਜਿਹੜੇ ਫਾਰਮਰਸ ਨੇ ਉਹ ਕਿਹੜੀ ਇਨਵੈਸਟਮੈਂਟ ਕਰਦੇ ਆ, ਇੰਡਿਊਸ ਇਨਵੈਸਟਮੈਂਟ ਕਰਦੇ ਆ। ਹੁਣ ਦੇਖੋ ਆਟੋਨੋਮਿਕ ਇਨਵੈਸਟਮੈਂਟ ਕਿਹੜੀ ਹੁੰਦੀ ਆ, ਜਿਹੜੀ ਕਿ ਇੱਦਾਂ ਸਟ੍ਰੇਟ ਲਾਈਨ ਰਹੂਗੀ। ਇਹਦਾ ਮੇਨ ਮੋਟਿਵ ਕੀ ਹੁੰਦਾ, ਪੈਸੇ ਕਮਾਉਣਾ ਨਹੀਂ ਹੁੰਦਾ। ਇਹਦੇ ਵਿੱਚ ਕੀ ਹੁੰਦੀ ਹੈ, ਜ਼ਿਆਦਾਤਰ ਖਰਚਾ ਇਹੋ ਜਿਹਾ ਕਰਦੀ ਹੁੰਦੀ ਹੈ ਗਵਰਨਮੈਂਟ ਕਰਦੀ ਹੁੰਦੀ ਹੈ, ਜਿਹਨੂੰ ਇਹ ਸੋਚ ਕੇ ਕਰਦੀ ਹੁੰਦੀ ਆ ਵੀ ਲੋਕਾਂ ਦੀ ਭਲਾਈ ਲਈ ਕਰੂਗੀ, ਤੇ ਉਹਦਾ ਕੋਈ ਮੋਟਿਵ ਨਹੀਂ ਹੁੰਦਾ ਵੀ ਅਸੀਂ ਪੈਸਾ ਕਮਾਈਏ ਜਾਂ ਪੈਸਾ ਉਹਦੇ ਵਿੱਚੋਂ ਅਰਨ ਕਰੀਏ। ਜਿਵੇਂ ਹੁਣ ਫੋਰ ਐਗਜ਼ਾਮਪਲ ਆ ਸਾਡੇ ਹੁਣ ਪੰਜਾਬ ਦੇ ਵਿੱਚ ਮੇ ਵੀ ਹੁਣ ਹੋਣ ਲੱਗ ਗਏ ਹੋਣਗੇ, ਮੈਨੂੰ ਵੈਸੇ ਇਹਦੇ ਬਾਰੇ ਪਤਾ ਨਹੀਂ ਹੈਗਾ, ਪਰ ਸੈਂਟਰ ਦੇ ਵਿੱਚ ਜ਼ਰੂਰ ਹੋ ਰਹੇ ਆ, ਫਾਰਮਿੰਗ ਦੇ ਉੱਤੇ ਬੀਮਾ ਹੋ ਰਿਹਾ ਹੁਣ, ਠੀਕ ਹੈ ਜੀ। ਤੁਸੀਂ ਪਤਾ ਹੀ ਹੋਏਗਾ ਵੀ ਅੱਜ ਕੱਲ੍ਹ ਕੀ ਨੇ ਕ੍ਰੌਪ ਇੰਸ਼ੋਰੈਂਸ ਹੋ ਰਹੀ ਆ, ਵੀ ਜੇਕਰ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਤਾਂ ਉਹਨਾਂ ਦੀ ਇੰਸ਼ੋਰੈਂਸ ਤੇ ਕਲੇਮ ਮਿਲੂਗਾ। ਜਿਵੇਂ ਕਿ ਅੱਗ ਲੱਗ ਜਾਂਦੀ ਆ ਜਾਂ ਕੋਈ ਨੈਚੁਰਲ ਕਲਾਈਮੇਟ ਆ ਜਾਂਦੀ ਆ, ਹੜ੍ਹ ਆ ਜਾਂਦੇ ਆ, ਜਾਂ ਇਹੋ ਜਿਹੀਆਂ ਚੀਜ਼ਾਂ ਪ੍ਰੋਬਲਮ ਅਰਾਈਜ਼ ਹੁੰਦੀਆਂ ਨੇ, ਜੇਕਰ ਕਿਸਾਨ ਦੀ ਕੋਈ ਵੀ ਫਸਲ ਮਰ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਆ ਤਾਂ ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਆ। ਤਾਂ ਇਹ ਗੌਰਮੈਂਟ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਕਰਦੀ ਆ, ਪਰ ਗੌਰਮੈਂਟ ਨੂੰ ਇਹਦੇ ਵਿੱਚ ਪ੍ਰੋਫਿਟ ਕੁਛ ਨਹੀਂ, ਕਿਉਂਕਿ ਉਹਨਾਂ ਨੂੰ ਕੀ ਆ ਉਲਟਾ ਲੋਕਾਂ ਨੂੰ ਪੈਸੇ ਦੇਣੇ ਪੈਣਗੇ ਜੇਕਰ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਆ, ਤੇ ਉਸ ਹਿਸਾਬ ਨਾਲ ਦੇਣੇ ਪੈਣਗੇ ਜਿੰਨਾ ਉਹਨਾਂ ਦਾ ਏਰੀਆ ਵਾ। ਤਾਂ ਇਸ ਕਰਕੇ ਜਿਹੜੀ ਆਟੋਨੋਮਿਕ ਇਨਵੈਸਟਮੈਂਟ ਜਿਹੜੀ ਹੁੰਦੀ ਆ ਉਹ ਇਨਵੈਸਟਮੈਂਟ ਹੁੰਦੀ ਹੈ ਜਿਹਦੇ ਵਿੱਚ ਕੀ ਆ ਗੌਰਮੈਂਟ ਪੈਸਾ ਲਾਉਂਦੀ ਹੈ, ਪਰ ਇਹ ਸੋਚ ਕੇ ਲਾਉਂਦੀ ਵੀ ਮੈਂ ਕੀ ਆ ਇਹਦੇ ਵਿੱਚੋਂ ਪ੍ਰੋਫਿਟ ਅਰਨ ਕਰਨਾ। ਬਟ ਪ੍ਰੋਫਿਟ ਕੌਣ ਅਰਨ ਕਰਨ ਬਾਰੇ ਸੋਚਦਾ ਹੁੰਦਾ, ਸਾਡੇ ਵਰਗੇ ਪਰਸਨ ਜਿਹੜਾ ਕਿ ਇਹ ਪੈਸਾ ਉੱਥੇ ਲਾਉਣਗੇ ਜਿੱਥੇ ਉਹਨਾਂ ਨੂੰ ਕੁਛ ਨਾ ਕੁਛ ਬੈਨੀਫਿਟ ਦਿਖਦਾ ਹੋਊਗਾ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਨੈਕਸਟ ਹੈਗੀ ਆ ਸਾਡੀ ਗ੍ਰੋਸ ਇਨਵੈਸਟਮੈਂਟ। ਗ੍ਰੋਸ ਇਨਵੈਸਟਮੈਂਟ ਨੂੰ ਤੁਸੀਂ ਇੰਨਾ ਜ਼ਿਆਦਾ ਇਹਦੇ ਵਿੱਚ ਮੈਂ ਲਿਖ ਜ਼ਰੂਰ ਦਿੱਤਾ, ਬਟ ਇਹਦੇ ਵਿੱਚ ਇੰਨਾ ਕੁਛ ਲਿਖਣ ਦੀ ਲੋੜ ਨਹੀਂ ਹੈਗੀ। ਗ੍ਰੋਸ ਇਨਵੈਸਟਮੈਂਟ ਤੁਸੀਂ ਯਾਦ ਰੱਖਣਾ ਵੀ ਜਿੰਨੀਆਂ ਵੀ ਤੁਹਾਡੀ ਇਨਵੈਸਟਮੈਂਟ ਹੋਏਗੀ, ਠੀਕ ਹੈ ਜੀ, ਜਾਂ ਤੁਹਾਡੇ ਕੋਲ ਕੀ ਹੋਏਗਾ, ਜੇ ਨੂਮੈਰਿਕਸ ਵੀ ਆ ਗਿਆ ਤਾਂ ਇੱਥੇ ਕੀ ਆਏਗਾ, ਨੈਟ ਇਨਵੈਸਟਮੈਂਟ ਦਿੱਤੀ ਹੋਏਗੀ ਤੁਹਾਨੂੰ, ਉਹਦੇ ਵਿੱਚ ਪਲੱਸ ਕਰ ਦੇਣੀ ਹੈ ਡੈਪਰੀਸ਼ੀਏਸ਼ਨ, ਠੀਕ ਹੈ ਜੀ। ਤਾਂ ਉਹ ਤੁਹਾਡੀ ਕੀ ਨਿਕਲ ਕੇ ਆਏਗੀ, ਗ੍ਰੋਸ ਇਨਵੈਸਟਮੈਂਟ ਨਿਕਲ ਕੇ ਆਏਗੀ। ਗ੍ਰੋਸ ਇਨਵੈਸਟਮੈਂਟ ਕੀ ਹੁੰਦੀ ਆ, ਇਹਦੇ ਵਿੱਚ ਹੁੰਦਾ ਜਿੰਨਾ ਵੀ ਤੁਹਾਡੇ ਕੋਲ ਫਿਕਸਡ ਐਸਟ ਪਏ ਨੇ ਜਾਂ ਅਨਸ਼ੋਲਡ ਜਿਹੜਾ ਸਟਾਕ ਹੋਏਗਾ, ਉਹਨਾਂ ਦਾ ਜਿਹੜਾ ਪਲੱਸ ਹੁੰਦਾ ਵਾ ਉਹ ਸਾਰੀ ਕੀ ਹੁੰਦੀ ਆ ਗ੍ਰੋਸ ਇਨਵੈਸਟਮੈਂਟ ਦੇ ਵਿੱਚ ਵਰਤੀ ਜਾਂਦੀ ਹੈ। ਫਿਕਸਡ ਐਸਟ ਦਾ ਮਤਲਬ ਵੀ ਕੋਈ ਵੀ ਤੁਹਾਡੇ ਕੋਲ ਸੰਪੱਤੀ ਪਈ ਆ, ਤੁਸੀਂ ਉਹਨੂੰ ਵੇਚ ਕੇ ਕਿਤੇ ਵੀ ਪੈਸਾ ਲਾ ਸਕਦੇ ਹੋ, ਜਾਂ ਤੁਹਾਡੇ ਕੋਲ ਅਨਸੋਲਡ ਸਟਾਕ ਪਿਆ ਵੀ ਜਿਵੇਂ ਕੁਝ ਚੀਜ਼ਾਂ ਬਚ ਗਈਆਂ ਸੀਗੀਆਂ ਤਾਂ ਉਹਨੂੰ ਵੇਚ ਕੇ ਤੁਸੀਂ ਪੈਸਾ ਅਰਨ ਕਰ ਸਕਦੇ ਹੋ, ਤੇ ਉਸ ਤਰੀਕੇ ਨਾਲ ਤੁਸੀਂ ਇਹ ਪੈਸਾ ਲਗਾ ਦਿੰਦੇ ਹੋ ਤਾਂ ਉਹ ਤੁਹਾਡੀ ਇਨਵੈਸਟਮੈਂਟ ਹੋ ਜਾਂਦੀ ਹੈ। ਗ੍ਰੋਸ ਇਨਵੈਸਟਮੈਂਟ ਹੋਰ ਕਿਸ ਤਰੀਕੇ ਨਾਲ ਹੋ ਸਕਦੀ ਹੈ, ਜਿਵੇਂ ਕਿ ਤੁਸੀਂ ਕੋਈ ਨਵੀਂ
ਐਸਟ ਪਰਚੇਸ ਕਰ ਲਓ ਜਾਂ ਜਿਹੜਾ ਸਟਾਕ ਸੀਗਾ ਤੁਹਾਡੇ ਕੋਲ ਪ੍ਰੀਵੀਅਸ ਈਅਰ ਦਾ ਉਹ ਤੁਸੀਂ ਸੋਲਡ ਨਹੀਂ ਕੀਤਾ ਤਾਂ ਉਹ ਸਾਰੇ ਤੁਹਾਡੇ ਕੀ ਹੋਣਗੇ, ਇਨਵੈਸਟਮੈਂਟ ਮੰਨੇ ਜਾਣਗੇ। ਤੇ ਇਹ ਤੁਸੀਂ ਇਨਵੈਸਟਮੈਂਟ ਕਦੋਂ ਮੰਨੀ ਜਾਊਗੀ, ਜਦੋਂ ਤੁਸੀਂ ਪੈਸਾ ਕੁਛ ਅਜਿਹੀ ਜਗ੍ਹਾ ਤੇ ਲਾਇਆ ਜਿੱਥੋਂ ਗਿਆ ਤੁਹਾਨੂੰ ਕੁਛ ਨਾ ਕੁਛ ਪ੍ਰੋਫਿਟ ਦਿਖਦਾ ਹੋਵੇ ਜਾਂ ਪ੍ਰੋਫਿਟ ਨਿਕਲ ਕੇ ਆਉਂਦਾ ਹੋਵੇ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਨਵੈਸਟਮੈਂਟ ਕਹਿ ਦਿੰਦੇ ਹਾਂ। ਜੇਕਰ ਤੁਸੀਂ ਪੈਸਾ ਇਹੀ ਜਗ੍ਹਾ ਤੇ ਲਾਇਆ ਜਿੱਥੋਂ ਤੁਹਾਨੂੰ ਕੋਈ ਰਿਟਰਨ ਨਹੀਂ ਮਿਲੇਗੀ ਤਾਂ ਉਹ ਇਨਵੈਸਟਮੈਂਟ ਗ੍ਰੋਸ ਇਨਵੈਸਟਮੈਂਟ ਦੇ ਵਿੱਚ ਕਾਊਂਟ ਨਹੀਂ ਹੋਏਗੀ। ਤਾਂ ਹੁਣ ਦੇਖੋ ਇਹਦੇ ਉੱਤੇ ਇੱਕ ਚੀਜ਼ ਹੋਰ ਐਡ ਹੋ ਜਾਂਦੀ ਹੈ, ਕੀ ਹੁੰਦੀ ਆ, ਲਾਸ ਆਫ ਫਿਕਸਡ ਐਸਟ, ਜਿਹਨੂੰ ਅਸੀਂ ਡੈਪਰੀਸ਼ੀਏਸ਼ਨ ਕਹਿੰਦੇ ਆ। ਵੀ ਜਿਹੜੀ ਚੀਜ਼ ਕੀ ਆ, +1 ਦੇ ਵਿੱਚ ਵੀ ਪੜ੍ਹਿਆ ਸੀ ਵੀ ਚੀਜ਼ ਦੇ ਵਿੱਚ ਘਸਾਵਟ ਹੋਣ ਲੱਗ ਜਾਂਦੀ ਹੈ, ਚੀਜ਼ ਦੀ ਵੈਲਿਊ ਜਿਹੜੀ ਆ ਉਹ ਡਿਕਰੀਜ਼ ਹੋਣ ਲੱਗ ਜਾਂਦੀ ਆ, ਤਾਂ ਉਹਨੂੰ ਅਸੀਂ ਡੈਪਰੀਸ਼ੀਏਸ਼ਨ ਕਹਿ ਦਿੰਦੇ ਹਾਂ। ਤਾਂ ਇਹ ਡੈਪਰੀਸ਼ੀਏਸ਼ਨ ਕੀ ਹੁੰਦੀ ਆ, ਹਮੇਸ਼ਾ ਗ੍ਰੋਸ ਇਨਵੈਸਟਮੈਂਟ ਦੇ ਵਿੱਚ ਐਡ ਹੋਏਗੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਵਾ। ਤੇ ਜੇਕਰ ਤੁਸੀਂ ਨੈਟ ਇਨਵੈਸਟਮੈਂਟ ਯਾਦ ਰੱਖਣੀ ਹੈ ਤਾਂ ਉਹਦੇ ਵਿੱਚੋਂ ਗ੍ਰੋਸ ਇਨਵੈਸਟਮੈਂਟ ਦੇ ਵਿੱਚੋਂ ਸਬਟਰੈਕਟ ਕਰ ਦਿਓ ਡੈਪਰੀਸ਼ੀਏਸ਼ਨ, ਤਾਂ ਤੁਹਾਡੀ ਕੀ ਆ ਜੀ, ਗ੍ਰੋਸ ਇਨਵੈਸਟਮੈਂਟ ਆ ਜਾਏਗੀ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਦੇਖੋ ਫਿਕਸਡ ਨੈਟ ਇਨਵੈਸਟਮੈਂਟ ਕੀ ਆ ਦਿੱਤਾ ਹੋਇਆ ਤੁਹਾਨੂੰ, ਵੀ ਗ੍ਰੋਸ ਇਨਵੈਸਟਮੈਂਟ ਮਾਈਨਸ ਡੈਪਰੀਸ਼ੀਏਸ਼ਨ ਕਰ ਦਿਓ ਤਾਂ ਤੁਹਾਡੀ ਨੈਟ ਇਨਵੈਸਟਮੈਂਟ ਆ ਗਈ। ਹੋਰ ਜ਼ਿਆਦਾ ਇਹਦੇ ਵਿੱਚ ਕੁਝ ਪੜ੍ਹਨ ਦੀ ਲੋੜ ਨਹੀਂ ਹੈਗੀ, ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਬਸ ਜਸਟ ਤੁਸੀਂ ਇਹ ਯਾਦ ਰੱਖਣਾ ਫਾਰਮੂਲਾ ਵੀ ਨੈਟ ਇਨਵੈਸਟਮੈਂਟ ਕਿੱਦਾਂ ਆਏਗੀ, ਗ੍ਰੋਸ ਇਨਵੈਸਟਮੈਂਟ ਮਾਈਨਸ ਡੈਪਰੀਸ਼ੀਏਸ਼ਨ ਕਰ ਦਿਓ ਤਾਂ ਤੁਹਾਡੀ ਗ੍ਰੋਸ ਇਨਵੈਸਟਮੈਂਟ ਨੈਟ ਇਨਵੈਸਟਮੈਂਟ ਆ ਜਾਏਗੀ। ਤੇ ਜੇਕਰ ਗ੍ਰੋਸ ਇਨਵੈਸਟਮੈਂਟ ਕੱਢਣੀ ਆ ਤਾਂ ਤੁਹਾਡੇ ਕੋਲ ਜਿਹੜਾ ਫਿਕਸਡ ਐਸਟ ਦਿੱਤੀ ਹੋਵੇ ਜਾਂ ਕੋਈ ਵੀ ਕੈਪੀਟਲ ਦਿੱਤੀ ਹੋਵੇ ਉਹਦੇ ਵਿੱਚ ਐਡ ਕਰ ਦਿਓ ਅਨਸੋਲਡ ਸਟਾਕ, ਤਾਂ ਉਹ ਐਡ ਕਰਕੇ ਜਿਹੜੀ ਵੀ ਚੀਜ਼ ਆਏਗੀ ਉਹ ਕੀ ਆਏਗੀ, ਗ੍ਰੋਸ ਇਨਵੈਸਟਮੈਂਟ ਆ ਜਾਏਗੀ। ਤੇ ਉਹਦੇ ਵਿੱਚ ਹਮੇਸ਼ਾ ਯਾਦ ਰੱਖਣਾ, ਤੇ ਉਹਦੇ ਵਿੱਚ ਡੈਪਰੀਸ਼ੀਏਸ਼ਨ ਜੇ ਦਿੱਤੀ ਹੋਈ ਤਾਂ ਤੁਸੀਂ ਉਸ ਚੀਜ਼ ਨੂੰ ਇਨਕਲੂਡ ਨਹੀਂ ਕਰਨੀ ਗ੍ਰੋਸ ਇਨਵੈਸਟਮੈਂਟ ਦੇ ਵਿੱਚ। ਜੇਕਰ ਤੁਹਾਨੂੰ ਨੈਟ ਵੈਲਿਊ ਦਿੱਤੀ ਹੋਈ ਕਿਸੇ ਵੀ, ਯਾਨੀ ਕਿ ਫਿਕਸ ਨੈਟ ਇਨਵੈਸਟਮੈਂਟ ਦਿੱਤੀ ਹੋਈ, ਤਾਂ ਉਹਦੇ ਵਿੱਚ ਡੈਪਰੀਸ਼ੀਏਸ਼ਨ ਐਡ ਕਰ ਦਿਓ ਤਾਂ ਤੁਹਾਡੀ ਗ੍ਰੋਸ ਇਨਵੈਸਟਮੈਂਟ ਆ ਜਾਏਗੀ। ਇਹ ਸੀਗਾ ਅੱਜ ਦਾ ਟੌਪਿਕ, ਇਹ ਮੇ ਬੀ ਸ਼ਾਇਦ ਲਾਸਟ ਸਲਾਈਡ ਆ, ਯਸ। ਇਹ ਸੀਗਾ ਅੱਜ ਦਾ ਟੌਪਿਕ ਜਿਹਦੇ ਵਿੱਚ ਅਸੀਂ ਗੱਲ ਕੀਤੀ, ਮੈਂ ਓਵਰਵਿਊ ਦੇ ਰਿਹਾ ਕਿਹੜੇ ਆ ਵੀ ਮੈਕਰੋ ਇਕਨੋਮਿਕਸ ਕੀ ਹੁੰਦੀ ਹੈ, ਜਿਹੜੀ ਕਿ ਪੂਰੀ ਇਕੋਨਮੀ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਕਿੰਨੇ ਲੋਕਾਂ ਨੂੰ ਇੰਪਲੋਇਮੈਂਟ ਮਿਲੀ ਹੋਈ ਹੈ, ਕਿੰਨੀ ਇਨਕਮ ਜਨਰੇਟ ਕਰ ਰਹੇ ਨੇ, ਤੇ ਇੱਕ ਪਰਸਨ ਦੀ ਜੇਬ ਦੇ ਵਿੱਚ ਕਿੰਨੇ ਪੈਸੇ ਨੇ, ਉਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਡੀਲ ਕਰਦੀ ਇਕੋਨਮੀ ਆ ਉਹਨੂੰ ਅਸੀਂ ਮੈਕਰੋ ਇਕਨੋਮਿਕਸ ਕਹਿ ਦਿੰਦੇ ਹਾਂ। ਹੋਰ ਅਸੀਂ ਕੀ ਪੜ੍ਹਿਆ ਵੀ ਗੁਡਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਕੈਪੀਟਲ ਗੁਡਸ ਹੁੰਦੀਆਂ ਨੇ ਜਿਹੜੀਆਂ ਲੰਬੇ ਸਮੇਂ ਤੱਕ ਚੱਲਦੀਆਂ ਨੇ, ਕੰਜ਼ਿਊਮਰ ਗੁਡਸ ਜਿਹੜੀਆਂ ਕਿ ਡਿਪੈਂਡ ਕਰਦੀਆਂ ਨੇ, 3 ਕੈਟਾਗਰੀ ਦੇ ਵਿੱਚ ਵੰਡੀਆਂ ਸੀਗੀਆਂ। ਉਹ 3 ਕੈਟਾਗਰੀਆਂ ਕਿਹੜੀਆਂ ਸੀਗੀਆਂ, ਹੁਣ ਦੇਖ ਲੈਂਦੇ ਹਾਂ। ਦੇਖੋ ਉਹ 3 ਸੀਗੀਆਂ, ਇੱਕ ਸੀਗਾ ਕੰਜ਼ਿਊਮਰੇਬਲ ਗੁਡਸ ਯਾਨੀ ਕਿ ਕੰਜ਼ਿਊਮਰ ਡਿਊਰੇਬਲ ਗੁਡਸ, ਨਾਨ ਕੰਜ਼ਿਊਮਰ ਡਿਊਰੇਬਲ ਗੁਡਸ ਤੇ ਕੰਜ਼ਿਊਮਰ ਸਰਵਿਸ। ਕੰਜ਼ਿਊਮਰ ਡਿਊਰੇਬਲ ਗੁਡਸ ਕਿਹੜੀਆਂ ਸੀਗੀਆਂ, ਉਹ ਗੁਡਸ ਜਿਹੜੀਆਂ ਕਿ ਕਾਫੀ ਲੰਬੇ ਸਮੇਂ ਤੱਕ ਚੱਲਦੀਆਂ ਨੇ ਤੇ ਉਹਨੂੰ ਯੂਟਿਲਾਈਜ਼ ਕਰਦਾ ਰਹਿੰਦਾ ਵਾ, ਤਾਂ ਉਹਨੂੰ ਡਿਊਰੇਬਲ ਕਿਹਾ ਜਾਂਦਾ, ਜਿਵੇਂ ਵਾਸ਼ਿੰਗ ਮਸ਼ੀਨ ਹੋ ਗਈ ਜਾਂ ਸਮਾਰਟਫੋਨ ਹੋ ਗਏ। ਨਾਨ ਡਿਊਰੇਬਲ ਜਿਹੜੇ ਕਿ ਸਿਰਫ ਥੋੜੇ ਸਮੇਂ ਦੇ ਲਈ ਸਾਨੂੰ ਸਰਟੀਫਾਈ ਕਰਦੇ ਨੇ ਤੇ ਕੁਝ ਕੁ ਟਾਈਮ ਬਾਅਦ ਉਹ ਖਰਾਬ ਹੋ ਜਾਂਦੇ ਆ, ਜਿਵੇਂ ਕਿ ਕਾਫੀ ਹੋ ਗਿਆ ਤੇ ਹੀਟ ਹੋ ਗਈ। ਤੇ ਕੰਜ਼ਿਊਮਰ ਸਰਵਿਸ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਕਿ ਸਾਨੂੰ ਕੁਝ ਤਰ੍ਹਾਂ ਦੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ, ਜਿਵੇਂ ਹੇਅਰ ਕਟਿੰਗ ਹੋ ਗਿਆ, ਟਿਕਟ ਬੁੱਕ ਕਰਨੀਆਂ ਹੋ ਗਿਆ, ਤੇ ਇਹ ਕੰਜ਼ਿਊਮਰ ਸਰਵਿਸ ਦੇ ਵਿੱਚ ਆ ਜਾਂਦੀਆਂ ਨੇ। ਤੇ ਨੈਕਸਟ ਸੀਗਾ ਸਾਡੇ ਕੋਲ ਇੱਕ ਉਦੋਂ ਪਹਿਲਾਂ ਸੀਗਾ ਵੀ ਫਾਈਨਲ ਗੁਡਸ ਕਿਹੜੀਆਂ ਹੁੰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਕਿ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਕੰਜ਼ਿਊਮਰ ਉਸ ਚੀਜ਼ ਨੂੰ ਖਰੀਦਣ ਲਈ ਰੈਡੀ ਹੋ ਜਾਵੇ, ਬਸ ਉਹ ਫਾਈਨਲ ਗੁਡਸ ਹੁੰਦੀਆਂ ਨੇ। ਇੰਟਰਮੀਡੀਏਟਰ ਜਿਹੜਾ ਕਿ ਸਿੱਧਾ ਹਾਲੇ ਕੰਜ਼ਿਊਮਰ ਤੱਕ ਨਹੀਂ ਪਹੁੰਚੀਆਂ ਤੇ ਉਹਦੇ ਵਿੱਚ ਥੋੜਾ ਬਹੁਤਾ ਮੋਡੀਫਿਕੇਸ਼ਨ ਹੋਣੀ ਹੁੰਦੀ ਆ, ਤਾਂ ਉਹਨੂੰ ਅਸੀਂ ਇੰਟਰਮੀਡੀਏਟਰ ਗੁਡਸ ਕਹਿ ਦਿੰਦੇ ਹਾਂ। ਆਈ ਹੋਪ ਅੱਜ ਦਾ ਸੈਸ਼ਨ ਜਿਹੜਾ ਵਾ ਉਹ ਤੁਹਾਨੂੰ ਪ੍ਰੋਪਰ ਸਮਝ ਆ ਚੁੱਕਿਆ ਹੋਏਗਾ। ਜੇਕਰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ, ਤੇ ਮੇਰੇ ਸੈਸ਼ਨ ਨੂੰ ਦੇਖਣ ਦੇ ਲਈ ਥੈਂਕਸ ਅ ਲੋਟ।